ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ। ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ। ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟਹੁ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਰਹਾਉ ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ, ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸਮੁੱਚੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਅਸਥਾਨਾਂ ਦੀ ਪਾਵਨ ਪਵਿੱਤਰ ਮਰਜ਼ਾਦਾ ਦੇ ਮੁਤਾਬਕ
ਅੰਮ੍ਰਿਤ ਵੇਲੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਮੁੱਚੀ ਮਾਨਵਤਾ ਨੂੰ ਸਾਂਝਾ ਸ੍ਰੀ ਮੁਖ ਵਾਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਆਪਾਂ ਸ਼ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਇਹ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ। ਧਨਾਸਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਨੂੰ ਸਤਿਗੁਰੂ ਜੀ ਨੇ ਨਾਲ ਗਾਇਨ ਕਰਨ ਦਾ ਢੰਗ ਵੀ ਲਿਖ ਦਿੱਤਾ। ਘਰ ਚੌਥਾ, ਚੌਥੇ ਤਾਲ ਦੇ ਅੰਦਰ, ਘਰ ਦੇ ਅੰਦਰ ਰਾਗੀ ਵੀਰ ਇਸ ਨੂੰ ਗਾਇਨ ਕਰਨਗੇ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 666 ਅੰਗ ਦੇ ਉੱਪਰ ਸੁਭਾਏਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ। ਜਿਸ ਮੰਗਲ ਦੇ ਅੰਦਰ ਕਿਸੇ ਵਸਤੂ ਦਾ ਨਿਰਦੇਸ਼ ਕਹੀਏ ਨਿਰਣਾ ਹੋ ਜਾਵੇ, ਵਸਤੂ ਕੀ ਹੈ, ਉਸ ਦਾ ਸਰੂਪ ਕੈਸਾ ਹੈ, ਉਸ ਦਾ ਕੋਈ ਕਿਰਿਆ ਕਰਮ ਕੀ ਹੈ, ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਵਾਹਿਗੁਰੂ ਇੱਕ ਹੈ। ਸਜਾਤੀ ਵਜਾਤੀ ਸਵੈਗਤ ਤਿੰਨ ਭੇਦਾਂ ਤੋਂ ਰਹਿਤ ਹੋਣ ਕਰਕੇ ਏਕੇ ਦੇ ਨਾਲ ਇੱਕ ਦਾ ਜਨਾਇਕ ਸਤਿਗੁਰਾਂ ਨੇ ਬਣਾਇਆ। ਓੰਕਾਰ ਸਮੂਹ ਜਿਤਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਉਹਨਾਂ ਦਾ ਪ੍ਰਕਾਸ਼ਕ ਹੈ ਪਰਮਾਤਮਾ। ਓੰਕਾਰ ਉਚਾਰਨ ਮਾਤਰ ਤਮਾਮ ਜੀਵਾਂ ਦੀ ਰੱਖਿਆ ਕਰਨ ਵਾਲਾ ਉਹ ਹੈ ਇੱਕ ਓੰਕਾਰ ਪਰਮੇਸ਼ਰ। ਉਹਦਾ ਸਰੂਪ ਕੈਸਾ ਹੈ, ਸਤ ਤੱਤੇ ਨੂੰ ਸਿਹਾਰੀ ਲਾ ਕੇ ਸਤਿਗੁਰਾਂ ਨੇ ਸੱਚ ਦਾ ਵਾਚਕ ਬਣਾਇਆ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਤਿੰਨਾਂ ਸਮਿਆਂ ਦੇ ਅੰਦਰ ਸੱਚ ਸਰੂਪ ਹੈ ਪਰਮਾਤਮਾ। ਗੁਰ ਦਾ ਅਰਥ ਹੈ ਉਹ ਚੇਤਨ ਹੈ। ਜਿਸ ਤਰ੍ਹਾਂ ਜਿਹੜੀਆਂ ਕੋਈ ਵਸਤੂਆਂ ਪਰਮਾਤਮਾ ਵਾਹਿਗੁਰੂ ਜੀ ਨੇ ਬਣਾਈਆਂ, ਉਹਦੀ ਜੋਤ ਤੋਂ ਬਿਨਾਂ ਸਾਰੀਆਂ ਜੜ ਹਨ। ਪਰਮੇਸ਼ਰ ਵਾਹਿਗੁਰੂ ਜੇ ਚਾਹੇ ਤਾਂ ਜੜਤਾ ਵਾਲਿਆਂ ਨੂੰ ਵੀ ਚੇਤਨਤਾ ਦੇ ਸਕਦਾ ਹੈ। ਸਾਰਿਆਂ ਵਿੱਚ ਪਰਮਾਤਮਾ ਵਾਹਿਗੁਰੂ ਦੀ ਜੋਤ ਕਰਕੇ ਚੇਤਨਤਾਈ ਦੇ ਕਾਰਜ ਕਰਦੇ ਹਨ। ਇਸ ਲਈ ਗੁਰ ਦਾ ਅਰਥ ਹੈ ਚੇਤਨ ਤੇ ਪ੍ਰਸਾਦ ਦਾ ਅਰਥ ਹੈ ਆਨੰਦ ਸੁਖ ਸਰੂਪ। ਐਸਾ ਇੱਕ ਓੰਕਾਰ ਪਰਮਾਤਮਾ ਸੱਚਾ ਹੈ, ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਉਹਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ। ਹਮ ਭੀਖਕ ਭਿਖਾਰੀ ਤੇਰੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ
ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਪਰਮਾਤਮਾ ਜੀ ਦੇ ਸਨਮੁਖ ਬੇਨਤੀਆਂ ਕਰਨ ਦਾ ਢੰਗ ਸਿਖਾਉਂਦੇ ਨੇ। ਪਰਮਾਤਮਾ ਦੇ ਅੱਗੇ ਕਿਵੇਂ ਅਰਜ਼ੋਈ ਕਰਨੀ, ਕੀ ਬੇਨਤੀਆਂ ਅਰਦਾਸਾਂ ਕਰਨੀਆਂ ਹਨ। ਹੱਥ ਜੋੜ ਕੇ ਇਹ ਬੇਨਤੀ ਕਰ ਗੁਰਸਿੱਖਾ, ਹਮ ਭੀਖਕ ਭੇਖਾਰੀ ਤੇਰੇ। ਦੋ ਸ਼ਬਦ ਆਏ ਨੇ, ਇੱਕ ਭੀਖਕ ਹੈ, ਇੱਕ ਭੇਖਾਰੀ ਹੈ। ਅਰਥ ਦੋਹਾਂ ਦਾ ਹੀ ਮੰਗਤਾ ਹੈ। ਹਮ ਦਾ ਅਰਥ ਹੈ ਤਮਾਮ ਜਿਤਨੇ ਵੀ ਜੀਵ ਆਪ ਜੀ ਨੇ ਪੈਦਾ ਕੀਤੇ ਪਰਮਾਤਮਾ, ਸਾਰੇ ਜੀਵ ਹੀ ਭੀਖਕ ਤੇਰੇ ਦਰ ਦੇ ਮੰਗਤੇ ਨੇ, ਭੀਖ ਮੰਗਦੇ ਨੇ। ਕੋਈ ਝੋਲੀ ਅੱਡ ਕੇ ਦੁੱਧ ਪਦਾਰਥ ਮੰਗਦਾ ਹੈ, ਕੋਈ ਪਰਮਾਤਮਾ ਦੇ ਦਰ ਤੇ ਝੋਲੀ ਅੱਡ ਕੇ ਪੁੱਤਰਾਂ ਦੀ ਪੁੱਤ ਦੀ ਦਾਤ ਮੰਗਦਾ ਹੈ, ਕੋਈ ਆਪਣਾ ਅਹੁਦਾ ਮੰਗਦਾ, ਕੋਈ ਮਾਣ ਸਤਕਾਰ ਪਤ ਇੱਜ਼ਤ ਵਡਿਆਈ ਸੋਭਾ ਮੰਗਦਾ ਹੈ। ਸਾਰੀ ਦੁਨੀਆ ਮੰਗਦੀ ਹੈ ਪਰਮਾਤਮਾ ਦੇ ਦਰ ਤੇ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ, ਹਮ ਤਮਾਮ ਜਿਤਨੇ ਜੀਵ ਭੀਖਕ ਭਿਖਾਰੀ ਨੇ, ਆਪ ਦੇ ਦਰ ਦੇ ਭਿਖਿਆ ਮੰਗਦੇ, ਪਰੰਤੂ ਅਸੀਂ ਦਾਸ ਭਿਖਾਰੀ ਤੇਰੇ, ਤੇਰੇ ਸਰੂਪ ਦੇ ਭਿਖਾਰੀ ਹਾਂ ਕਿ ਪਰਮਾਤਮਾ ਜੀ ਮੈਨੂੰ ਆਤਮਕ ਸਰੂਪ ਦੀ ਸੋਝੀ ਦੇ ਦਿਓ, ਮੇਰੀ ਝੋਲੀ ਵਿੱਚ ਗਿਆਨ ਪਾ ਦਿਓ, ਮੈਂ ਸਮਝ ਲਵਾਂ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਹੜੀ ਆਤਮਾ ਪਰਮੇਸ਼ਰ ਵਾਹਿਗੁਰੂ ਆਪ ਦੀ ਜੋਤ ਹੈ, ਉਹਦੇ ਗਿਆਨ ਦੀ ਸੋਝੀ ਮੈਨੂੰ ਦੇ ਦਿਓ। ਅਸੀਂ ਆਪ ਦੇ ਸਰੂਪ ਦੇ ਭਿਖਾਰੀ ਮੰਗਦੇ ਹਾਂ, ਤੇਰਾ ਸਰੂਪ ਮੰਗਦੇ ਹਾਂ। ਤੂੰ ਨਿਜ ਪਤ ਹੈ ਦਾਤਾ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਨਿਜ ਕਹੀਏ ਆਪ ਸਾਰੀ ਸ੍ਰਿਸ਼ਟੀ ਦੇ ਪਤੀ ਹੋ। ਪਤੀ ਦਾ ਅਰਥ ਮਾਲਕ ਹੋ, ਸਾਰਿਆਂ ਨੂੰ ਬੰਨਿਆ ਹੋਇਆ ਹੁਕਮ ਦੇ ਵਿੱਚ। ਇਸ ਲਈ ਸਾਰੇ ਜਿੰਨੇ ਜੀਵ ਤੁਹਾਡੇ ਹੁਕਮ ਵਿੱਚ ਚੱਲਦੇ ਨੇ, ਜਿਵੇਂ ਪਤਨੀ ਆਪਣੇ ਪਤੀ ਦੇ ਹੁਕਮ ਵਿੱਚ ਤੁਰਦੀ ਹੈ, ਅਸੀਂ ਤਮਾਮ ਜਿਤਨੇ ਜੀਵ ਹਾਂ ਪਰਮਾਤਮਾ ਜੀ, ਅਸੀਂ ਆਪ ਦੀਆਂ ਪਤਨੀਆਂ ਨਿਆਈ, ਤੁਸੀਂ ਸਾਡੇ ਪਤੀ ਮਾਲਕ ਹੋ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ, ਦਾਤਾ ਦੁਨੀਆ ਵਿੱਚ ਬੇਅੰਤ ਪ੍ਰਕਾਰ ਦੇ ਦਾਤੇ ਨੇ। ਸਤਿਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਚਾਰ ਤਰ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਸਤਿਆ ਮਨ ਸੰਤੋਖ ਉਪਜੈ, ਇਹ ਸ਼੍ਰੋਮਣੀ ਦਾਤੇ ਮੰਨੇ ਨੇ। ਇਹੋ ਜੇ ਦਾਤਿਆਂ ਨੂੰ ਵੀ ਅੱਗੇ ਦਾਤਾਂ ਦੇਣ ਵਾਲਾ ਪਰਮਾਤਮਾ ਤੂੰ ਸਭ ਤੋਂ ਵੱਡਾ ਦਾਤਾ ਹੈ। ਤੂੰ ਉਹ ਦਾਤਾਂ ਦੇਣਾ ਜਿਹੜੀਆਂ ਕੋਈ ਵੀ ਨਹੀਂ ਦੇ ਸਕਦਾ। ਦੇਵੀ ਦੇਵਤਿਆਂ ਨੇ ਕੀ ਦੇਣਾ, ਉਹਨਾਂ ਨੂੰ ਤੇ ਮਨੁੱਖਾ ਸਰੀਰ ਹੀ ਨਹੀਂ ਮਿਲਦਾ। ਤੁਸੀਂ ਸਾਨੂੰ ਮਾਨਸ ਦੇਹੀ ਦਿੱਤੀ, ਮਨੁੱਖਾ ਸਰੀਰ ਹੈ, ਗਿਆਨ ਕਰਮ ਇੰਦਰੇ ਦਿੱਤੇ ਨੇ, ਨਾਲ ਪਰਮੇਸ਼ਰ ਵਾਹਿਗੁਰੂ ਆਪ ਜੀ ਨੇ ਸਵਾਸ ਕਿੰਨੇ ਬੇਕੀਮਤੀ ਸਾਨੂੰ ਦੇ ਦਿੱਤੇ। ਜਿੰਨੀਆਂ ਵੀ ਦੁਨੀਆ ਦੇ ਪਦਾਰਥ ਨੇ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਸਰੀਰ ਵੀ ਤੁਹਾਡੀ ਦਾਤ ਹੈ, ਇਹਦੇ ਅੰਦਰ ਚਲਾਉਣ ਵਾਲੇ ਜਿਹੜੇ ਗਿਆਨ ਕਰਮ ਇੰਦਰੇ ਸਰੀਰ ਨੂੰ ਲਈ ਫਿਰਦੇ ਨੇ, ਇਹ ਵੀ ਤੁਹਾਡੀਆਂ ਦਾਤਾਂ ਨੇ। ਜਿਹਦੇ ਸਹਾਰੇ ਇੰਦਰੇ ਚੱਲਦੇ ਨੇ, ਸਭ ਤੋਂ ਵੱਡੀ ਉਹ ਵਾਹਿਗੁਰੂ ਦੀ ਜੋਤ ਜਿਹੜੀ ਦਾਤ, ਇਹ ਵੀ ਤੁਹਾਡੀ ਦਿੱਤੀ ਹੋਈ ਹੈ। ਸਭ ਤਰ੍ਹਾਂ ਦੀਆਂ ਦਾਤਾਂ ਦੇਣ ਵਾਲੇ ਸ਼੍ਰੋਮਣੀ ਦਾਤਾ ਵੀ ਆਪ ਹੋ। ਓਹੋ ਦਇਆਲ ਨਾਮ ਦੇਹੋ, ਮੰਗਤ ਜਨ ਕਉ। ਅਸੀਂ ਤੇ ਆਪ ਜੀ ਦੇ ਦਰ ਦੇ ਮੰਗਤੇ ਹਾਂ, ਭਿਖਾਰੀ ਹਾਂ, ਝੋਲੀ ਅੱਡ ਕਰਕੇ ਮੰਗਦੇ ਹਾਂ। ਕਿਰਪਾ ਕਰਕੇ ਮਹਾਰਾਜ ਹੋ ਦਇਆਲ, ਦਇਆ ਦੇ ਘਰ ਵਿੱਚ ਆ ਜਾਓ, ਤਰਸ ਕਰੋ, ਸਾਡੇ ਤੇ ਮਿਹਰ ਕਰੋ, ਕਿਰਪਾ ਕਰਨੀ ਕਰੋ, ਨਾਮ ਦੇਹੋ ਮੰਗਤ ਜਨ ਕੋ। ਹੋਰ ਨਹੀਂ ਕੁਝ ਮੰਗਦੇ ਆਪ ਜੀ ਦੇ ਪਾਸੋਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਆਪ ਜੀ ਦੇ ਦਰ ਤੋਂ ਨਾਮ ਦੀ ਦਾਤ ਮੰਗਦੇ ਹਾਂ। ਬਾਕੀ ਤੇ ਜਿਤਨੀਆਂ ਵਸਤੂਆਂ ਨੇ ਸਾਰੀਆਂ ਖਤਮ ਹੋ ਜਾਣ ਵਾਲੀਆਂ ਨੇ। ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਿਹੜਾ ਸਦੀਵ ਕਾਲ ਰਹਿਣ ਵਾਲਾ, ਜੇ ਇੱਕ ਵਾਰੀ ਹਿਰਦੇ ਵਿੱਚ ਸਮਾ ਜਾਵੇ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਐਸਾ ਸੱਚਾ ਆਪਣਾ ਨਾਮ ਸਾਡੀ ਝੋਲੀ ਵਿੱਚ ਪਾ ਦੇਣਾ ਕਰੋ।
ਸਦਾ ਰਹੋ ਰੰਗ ਰਾਤਾ। ਫਿਰ ਹਮੇਸ਼ਾ ਵਾਸਤੇ ਅਸੀਂ ਆਪ ਜੀ ਦੇ ਰੰਗ ਪ੍ਰੇਮ ਦੇ ਵਿੱਚ ਹੀ ਰਾਤਾ ਕਹੀਏ, ਤਦਾਕਾਰ ਹੋ ਕਰਕੇ ਰਹਿਣਾ ਕਰੀਏ। ਹਉ ਬਲਿਹਾਰ ਜਾਓ। ਹੇ ਅਕਾਲ ਪੁਰਖ ਪਰਮਾਤਮਾ ਜੀ, ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਬਲਿਹਾਰ ਦਾ ਅਖਰੀ ਅਰਥ ਹੁੰਦਾ ਜਿੱਥੇ ਬੰਦੇ ਦਾ ਬਲ ਹਾਰ ਜਾਵੇ। ਆਪਣੇ ਸਰੀਰ ਦੇ ਉੱਤੇ, ਜਿਸਮਾਨੀ ਬਲ ਦੇ ਉੱਤੇ ਬੜਾ ਬੰਦਾ ਮਾਣ ਕਰਦਾ, ਮੈਂ ਸਰੀਰ ਕਰਕੇ ਬੜਾ ਤਕੜਾ ਹਾਂ। ਸੰਬੰਧੀਆਂ ਦਾ, ਮਿੱਤਰਾਂ ਦਾ, ਸੱਜਣਾ ਦਾ ਮਾਣ ਕਰਦਾ, ਮੇਰੇ ਬੜੇ ਮਿੱਤਰ ਹਨ। ਸਾਧ ਸੰਗਤ ਜੀ, ਜਿੱਥੇ ਜਾ ਕਰਕੇ ਸਰੀਰ ਦਾ ਬਲ ਖਤਮ ਹੋ ਜਾਵੇ, ਰੂਹਾਨੀ ਬਲ ਖਤਮ ਹੋ ਜਾਵੇ, ਸੱਜਣਾ ਮਿੱਤਰਾਂ ਦਾ, ਦੋਸਤਾਂ ਦਾ, ਸਾਕ ਸੰਬੰਧੀਆਂ ਦਾ ਬਲ ਜਿੱਥੇ ਹਾਰ ਜਾਵੇ, ਉੱਥੇ ਹੱਥ ਖੜੇ ਹੋ ਜਾਂਦੇ। ਬੰਦਾ ਕਹਿੰਦਾ ਮੈਂ ਬਲਿਹਾਰ ਜਾਵਾਂ। ਇਹ ਬਲਿਹਾਰ ਜਾਣ ਦਾ ਅਖਰੀ ਅਰਥ ਹੈ ਜਿੱਥੇ ਸਾਰੇ ਬਲ ਹਾਰ ਜਾਂਦੇ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਅਸੀਂ ਆਪ ਜੀ ਤੋਂ ਸਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ। ਸਾਚੇ ਤੇਰੇ ਨਾਮ ਵਿਟਹੋ। ਹੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਸੱਚੇ ਨਾਮ ਤੋਂ ਬਲਿਹਾਰ ਜਾਈਏ। ਨਾਮ ਦੇ ਅੰਦਰ ਇੰਨੀ ਤਾਕਤ ਹੈ, ਪਰਮਾਤਮਾ ਨੂੰ ਪ੍ਰਗਟ ਕਰਨਾ ਤੇ ਨਾਮ ਕਰਕੇ ਪ੍ਰਗਟ ਕੀਤਾ ਜਾ ਸਕਦਾ। ਆਤਮਕ ਸਵਰੂਪ ਨੂੰ ਸਖਿਆਤ ਕਰਨਾ ਨਾਮ ਦੀ ਕਮਾਈ ਕਰਕੇ ਹੋ ਸਕਦਾ ਹੈ। ਬ੍ਰਹਮ ਗਿਆਨ ਪ੍ਰਾਪਤ ਕਰਨਾ ਨਾਮ ਜਪ ਕੇ ਬ੍ਰਹਮ ਗਿਆਨੀ ਬਣਿਆ ਜਾ ਸਕਦਾ। ਸੰਤ ਦੀ ਅਵਸਥਾ ਲੈਣੀ ਨਾਮ ਦਾ ਸਿਮਰਨ ਕਰਕੇ ਸੰਤ ਦੀ ਅਵਸਥਾ ਤੱਕ ਪਹੁੰਚਿਆ ਜਾ ਸਕਦਾ। ਕਿਹੜੀ ਵਸਤੂ ਜਿਹੜੀ ਨਾਮ ਕਰਕੇ ਜੀਵ ਨੂੰ ਪ੍ਰਾਪਤ ਨਾ ਹੁੰਦੀ ਹੋਵੇ? ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਨਾਮੈ ਹੀ ਤੇ ਸਭ ਕਿਛ ਹੂਆ, ਖੰਡ ਬ੍ਰਹਮੰਡ ਸਰੀਰ। ਜੋ ਵੀ ਕੁਝ ਬਣਿਆ ਹੈ ਤਰਲੋਕੀ ਵਿੱਚ, ਇਹ ਨਾਮ ਕਰਕੇ ਬਣਿਆ ਹੋਇਆ। ਜਦੋਂ ਕਿਸੇ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਵੇ, ਫਿਰ ਕਿਹੜੀ ਵਸਤੂ ਜਿਹੜੀ ਉਹਨੂੰ ਪ੍ਰਾਪਤ ਨਹੀਂ ਹੁੰਦੀ। ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ, ਜਿਹਦੇ ਕੋਲ ਸ਼੍ਰੋਮਣੀ ਨਾਮ ਆ ਗਿਆ, ਤਰਲੋਕੀ ਦੀ ਮਾਇਆ, ਤਰਲੋਕੀ ਦੇ ਪਦਾਰਥ, ਤਰਲੋਕੀ ਦੇ ਅਹੁਦੇ ਉਹਦੇ ਮਗਰ ਮਗਰ ਪੈਰਾਂ ਵਿੱਚ ਰੁਲੇ ਫਿਰਦੇ ਨੇ। ਆਪ ਜੀ ਦਾ ਜਿਹੜਾ ਸ਼੍ਰੋਮਣੀ ਨਾਮ ਹੈ, ਸਾਰੀਆਂ ਦਾਤਾਂ ਦੇ ਦੇਣ ਵਾਲਾ, ਤੇਰੇ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲਾ, ਉਸ ਤੋਂ ਸਦਾ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਣਾ ਕਰਦੇ ਹਾਂ। ਕਰਨ ਕਾਰਨ ਸਭਨਾ ਕਾ ਏਕੋ। ਦੁਨੀਆ ਦੇ ਵਿੱਚ ਦੋ ਚੀਜ਼ਾਂ ਨੇ। ਕੋਈ ਵੀ ਵਸਤੂ ਜਦੋਂ ਬਣਦੀ ਉਹਦਾ ਕੋਈ ਕਾਰਨ ਹੁੰਦਾ ਹੈ। ਜ਼ਿਮੀਂਦਾਰ ਨੇ ਫਸਲ ਬੀਜਣੀ ਹੈ ਤੇ ਉਹਦੇ ਸਿਰ ਤੇ ਲੱਥਿਆ ਹੋਇਆ ਕਰਜ਼ਾ ਲੈ ਜਾਵੇ ਤਾਂ ਉਹ ਫਸਲ ਨੂੰ ਬੀਜ ਕਰਕੇ ਉਹਦੀ ਪਾਲਣਾ ਕਰਦਾ। ਵਿਦਿਆਰਥੀ ਵਿਦਿਆ ਪੜ੍ਹਦਾ ਵੀ ਮੈਂ ਕਿਸੇ ਚੰਗੇ ਅਹੁਦੇ ਤੇ ਚਲਿਆ ਜਾਵਾਂ, ਤਰੱਕੀ ਕਰਾਂ, ਉਹਦਾ ਕਾਰਨ ਬਣ ਗਿਆ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਪਰਮਾਤਮਾ ਵਾਹਿਗੁਰੂ ਜੀ ਦਾ ਬਣਾਇਆ ਹੋਇਆ, ਇਹ ਕਾਰਜ ਹੈ। ਬਣਿਆ ਹੋਇਆ ਸੰਸਾਰ ਕਾਰਜ ਹੈ ਤੇ ਮਗਰ ਇਹਦੇ ਕਾਰਨ ਹਨ। ਕਾਰਨ ਕੀ ਨੇ? ਪੰਜ ਤੱਤ ਜਿਹੜੇ ਇਹ ਕਾਰਨ ਬਣਾਏ ਪਰਮਾਤਮਾ ਨੇ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਇਹ ਜਿਹੜਾ ਪਾਣੀ ਤੱਤ ਵਾਹਿਗੁਰੂ ਨੇ ਬਣਾਇਆ, ਮਿੱਟੀ ਦਾ ਤੱਤ ਬਣਾਇਆ, ਹਵਾ ਬਣਾਈ ਹੈ, ਅਗਨੀ ਬਣਾਈ, ਆਕਾਸ਼ ਬਣਾਇਆ, ਇਹ ਕਾਰਨ ਹਨ ਪੰਜੇ। ਜੇ ਕਾਰਨ ਨਾ ਹੋਣ ਤੇ ਕਾਰਜ ਨਹੀਂ ਕਦੇ ਬਣਿਆ ਕਰਦਾ। ਚਾਰ ਤੱਤਾਂ ਨਾਲ ਸਰੀਰ ਕੋਈ ਜਿਉਂਦਾ ਨਹੀਂ ਰਹਿ ਸਕਦਾ ਤੇ ਛੇਵਾਂ ਤੱਤ ਕਿਸੇ ਨੇ ਬਣਾਇਆ ਨਹੀਂ, ਅੱਜ ਤੱਕ ਨਾ ਕੋਈ ਬਣਾ ਸਕੇਗਾ। ਇਹ ਜਿੰਨਾ ਵੀ ਕਾਰਨ ਕਹੀਏ ਸੰਸਾਰ ਹੈ ਤੇ ਕਾਰਨ ਇਹਦੇ ਪੰਜ ਤੱਤ ਨੇ। ਸਭਨਾ ਕਾ ਏਕੋ, ਸਾਰਿਆਂ ਨੂੰ ਬਣਾਉਣ ਵਾਲਾ ਇੱਕੋ ਇੱਕ ਪਰਮਾਤਮਾ ਹੈ। ਪਾਣੀ ਕਿਹਨੇ ਬਣਾਇਆ? ਪਰਮਾਤਮਾ ਵਾਹਿਗੁਰੂ ਨੇ। ਧਰਤੀ ਤੋਂ 10 ਗੁਣਾ ਜ਼ਿਆਦਾ ਪਾਣੀ ਬਣਾ ਕੇ ਰੱਖਿਆ ਪਿਆ। ਆਕਾਸ਼ ਜਿਹੜਾ ਬਿਨਾਂ ਥੰਮਲਿਆਂ ਤੋਂ ਖੜਾ ਕੀਤਾ, ਪਰਮਾਤਮਾ ਵਾਹਿਗੁਰੂ ਨੇ ਖੜਾ ਕੀਤਾ ਹੋਇਆ। ਧਰਤੀ ਪਾਣੀ ਵਿੱਚ ਇੱਕ ਡਲਾ ਰੱਖੋ ਕਿਤੇ ਬਰਤਨ ਪਾਣੀ ਭਰ ਕਰਕੇ, ਉਹ ਸਾਰਾ ਖਰ ਕੇ ਪਾਣੀ ਦਾ ਰੂਪ ਹੋ ਜਾਵੇਗਾ।
ਇਹ ਧਰਤੀ ਦੇ ਹੇਠਾਂ ਵੀ ਪਾਣੀ, ਆਲੇ ਦੁਆਲੇ ਵੀ ਪਾਣੀ, ਉੱਪਰ ਬੱਦਲਾਂ ਵਿੱਚ ਵੀ ਪਾਣੀ, ਤੇ ਧਰਤੀ ਖਰ ਕੇ ਗਰਕ ਕਿਉਂ ਨਹੀਂ ਹੋ ਜਾਂਦੀ? ਪਰਮਾਤਮਾ ਦੀ ਬਣਾਈ ਹੈ, ਉਹਦੇ ਹੁਕਮ ਦੇ ਵਿੱਚ ਖੜੀ ਹੈ। ਸਾਰੇ ਜਿੰਨੇ ਕਾਰਜ ਬਣਿਆ, ਜਿੰਨੇ ਇਹਦੇ ਪੰਜੇ ਹੀ ਤੱਤਾਂ ਦਾ ਕਾਰਨ ਹੈ, ਇਹ ਬਣਾਉਣ ਵਾਲਾ ਇੱਕੋ ਇੱਕ ਪਰਮਾਤਮਾ ਵਾਹਿਗੁਰੂ ਆਪ ਹੈ। ਆਵਰ ਨਾ ਦੂਜਾ ਕੋਈ। ਆਵਰ ਦਾ ਅਰਥ ਹੈ ਕਿ ਹੋਰ ਕਿਸੇ ਵੀ ਸਥਾਨ ਵਿੱਚ ਪਰਮਾਤਮਾ ਤੋਂ ਬਿਨਾਂ ਬਣਾਉਣ ਵਾਲਾ ਦੂਸਰਾ ਕੋਈ ਨਹੀਂ ਕਿਹਾ ਜਾਂਦਾ। ਰਹਾਉ। ਵਿਸਰਾਮ ਅਸਥਾਈ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ। ਬਹੁਤੇ ਫੇਰ ਪਏ ਕਿਰਪਨ ਕੋ। ਇਹ ਜਿਹੜਾ ਜੀਵ ਹੈ ਇਹ ਬਹੁਤਾ ਹੀ ਕਿਰਪਨ ਕੰਜੂਸ ਹੈ, ਬਹੁਤ ਸੂਮ ਬਣ ਗਿਆ ਬੰਦਾ। ਕਿਰਪਨ ਬੰਦਾ ਸੂਮ ਹੁੰਦਾ ਜਿਹੜਾ ਮਾਇਆ ਦਮੜੇ ਦਮੜੇ ਕਰਕੇ, ਕੌਡੀ ਕੌਡੀ ਕਰਕੇ ਜੋੜੀ ਜਾਵੇ, ਵਿੱਚੋਂ ਇੱਕ ਕਾਣੀ ਕੌਡੀ ਵੀ ਨਾ ਕੱਢਣੀ ਕਰੇ, ਉਹਨੂੰ ਕਿਰਪਨ ਕਹਿੰਦੇ। ਸੂਮ ਜਿਹੜਾ ਬੰਦਾ ਹੈ। ਇਧਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਬੇਅੰਤ ਇਹਨੂੰ ਸਵਾਸਾਂ ਦੀ ਦਾਤ ਦੇ ਕੇ ਮਾਤ ਲੋਕ ਦੇ ਵਿੱਚ ਭੇਜਿਆ ਸੀ। ਕਾਦੇ ਵਾਸਤੇ ਆਇਆ ਸੀ? ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਾ ਮੁਕਦੀ ਚੱਲੀ ਰਹਿਣ। ਕੀ ਕਰਨਾ ਸੀ? ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇੱਕ ਇੱਕ ਸਵਾਸ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ, ਚਿੰਤਨ ਕਰਨਾ ਸੀ। ਇਧਰੋਂ ਬੜਾ ਕਿਰਪਨ ਸੂਮ ਬਣ ਗਿਆ। ਇੱਕ ਸਵਾਸ ਵੀ ਨਹੀਂ ਲਾਇਆ ਪਰਮਾਤਮਾ ਦਾ ਸਿਮਰਨ ਕਰਨ ਦੇ ਵਾਸਤੇ। ਫਿਰ ਉਹਦਾ ਇਹਨੂੰ ਜਾ ਕਰਕੇ ਫਲ ਕੀ ਮਿਲੇਗਾ? ਬਹੁਤੇ ਫੇਰ ਪਏ। ਬਹੁਤ ਸਾਰੇ ਫੇਰੇ ਜਿਹੜੇ ਚੱਕਰ ਹਨ 84 ਲੱਖ ਜੂਨਾਂ ਦੇ ਵਿੱਚ ਉਹ ਪੈ ਜਾਂਦੇ ਨੇ। ਪਏ ਹੋਏ ਨੇ ਜੀਵਾਂ ਨੂੰ ਸਾਧ ਸੰਗਤ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਮਰਨ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਚਿੰਤਨ ਤੋਂ ਬਿਨਾਂ ਬਸਰ ਕਰ ਲਈ। ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਐਸੀ ਹਾਲਤ ਹੁੰਦੀ, ਵਾਰ-ਵਾਰ ਜੰਮਦਾ ਤੇ ਵਾਰ-ਵਾਰ ਹੀ ਮਰਦਾ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੈ ਅਕਾਲ ਪੁਰਖ ਪਰਮਾਤਮਾ ਜੀ, ਅਸੀਂ ਕਿਰਪਨ ਜਿਹੜੇ ਸੂਮ ਬੰਦੇ ਹਾਂ, ਕੰਜੂਸ ਹਾਂ, ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਸਤੇ ਸਵਾਸ ਨਹੀਂ ਦੇ ਸਕਦੇ। ਫਿਰ ਉਹਨਾਂ ਨੂੰ ਬਹੁਤ ਸਾਰੇ ਫੇਰੇ ਪੈਂਦੇ ਨੇ, ਚੱਕਰ ਪੈ ਜਾਂਦੇ ਹਨ। ਆਪ ਕਿਛ ਕਿਰਪਾ ਕੀਜੈ। ਮਹਾਰਾਜ ਹੁਣ ਸਾਡੇ ਉੱਤੇ ਕੋਈ ਕਿਰਪਾ ਕਰੋ, ਤਰਸ ਕਰੋ, ਮਿਹਰ ਕਰੋ। ਮਸਾਂ ਮਸਾਂ ਮਨੁੱਖਾ ਜਨਮ ਮਿਲਿਆ ਹੈ। ਇਹ ਦੇਹੀ ਤਾਂ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੇ ਵਿੱਚ ਭੇਦ ਹੋਣ ਵਾਸਤੇ ਪਰਮਾਤਮਾ ਨੇ ਦਿੱਤੀ ਸੀ। ਜੇ ਇਹ ਵੀ ਹੱਥੋਂ ਛੁੱਟ ਗਈ, ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਫਿਰ ਜੰਮਣਾ ਮਰਨਾ ਤਿਆਰ, ਬੇਜਵਾਨਾਂ ਦੀਆਂ ਫਿਰ ਜਿਹੜੀਆਂ ਜੂਨੀਆਂ ਸਾਨੂੰ ਭੋਗਣੀਆਂ ਪੈਣਗੀਆਂ, ਫਿਰ ਉਹੀ ਚੱਕਰ ਚੱਲ ਪੈਣਾ। ਇਹ ਸਭ ਤੋਂ ਸਿਰੇ ਦਾ ਡੰਡਾ ਹੈ। ਜਿਵੇਂ ਪੌੜੀ ਦੇ ਸਿਰੇ ਦੇ ਡੰਡੇ ਤੇ ਬੰਦਾ ਪਹੁੰਚ ਜਾਵੇ, ਉੱਥੇ ਤਾਂ ਫਿਰ ਮੰਜ਼ਲ ਦੇ ਬਿਲਕੁਲ ਕੋਲੇ ਪਹੁੰਚਿਆ ਹੁੰਦਾ। ਉੱਥੋਂ ਪੈਰ ਤਿਲਕ ਗਿਆ, ਫਿਰ ਸੱਟਾਂ ਚੋਟਾਂ ਵੀ ਖਾਂਦਾ ਤੇ ਮੂਧੇ ਮੂੰਹ ਆ ਕੇ ਡਿੱਗਦਾ ਵੀ ਹੈ। ਮਨੁੱਖਾ ਜਨਮ ਦੀ ਪੌੜੀ ਤੋਂ ਜਿੱਦਣ ਪੈਰ ਤਿਲਕ ਗਿਆ, ਸਵਾਸ ਤੇਰੇ ਛੁੱਟ ਗਏ, ਸਰੀਰ ਤੇਰੇ ਕੋਲੋਂ ਨਿਕਲ ਗਿਆ, ਮੁੜ ਕਰਕੇ ਫਿਰ ਜੂਨਾਂ ਵਿੱਚ ਡਿੱਗਣਾ ਪਵੇਗਾ। ਕੁੰਭੀ ਨਰਕਾਂ ਦੇ ਵਿੱਚ, ਮਾਤਾ ਦੇ ਗਰਭ ਦੇ ਨਰਕ ਵਿੱਚ ਬਾਰ-ਬਾਰ ਜੰਮਣਾ ਤੇ ਮਰਨਾ, ਪੁੱਠਾ ਲਟਕਣਾ ਪਵੇਗਾ। ਇਸ ਲਈ ਬੇਨਤੀ ਕਰੀਏ, ਮਹਾਰਾਜ ਬਹੁਤ ਸਾਰੇ ਫੇਰੇ ਪੈ ਗਏ ਨੇ। ਬੜੀਆਂ 84 ਲੱਖ ਜੂਨਾਂ ਵਿੱਚ, ਇੱਕ ਇੱਕ ਜੂਨ ਵਿੱਚ ਕਈ ਜਨਮ ਧਾਰਨ ਕੀਤੇ ਨੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਮਹਾਰਾਜ ਹੁਣ ਸਾਨੂੰ ਬਖਸ਼ ਲਓ, ਕਿਰਪਾ ਕਰੋ ਸਾਡੇ ਦਾਸਾਂ ਦੇ ਉੱਪਰ। 84 ਲੱਖ ਜੂਨਾਂ ਤੋਂ ਸਾਨੂੰ ਬਚਾ ਲੈਣਾ ਕਰੋ। ਹੋ ਦਇਆਲ ਦਰਸ਼ਨ ਦੇਹੋ ਆਪਣਾ। ਹੇ ਪਰਮਾਤਮਾ ਜੀ, ਹੁਣ ਦਇਆ ਦੇ ਘਰ ਵਿੱਚ ਆ ਕੇ ਸਾਡੇ ਤੇ ਦਿਆਲੂ ਹੋ ਜਾਵੋ। ਦਇਆ ਕਰੋ ਸਾਨੂੰ, ਗਰੀਬ ਜਾਣ ਕੇ, ਸੂਮ ਜਾਣ ਕੇ, ਕਿਰਪਨ ਜਿਹੜੇ ਕੰਜੂਸ ਜਾਣ ਕਰਕੇ ਸਾਡੇ ਤੇ ਦਇਆ ਦੇ ਘਰ ਵਿੱਚ ਆ ਕੇ ਤਰਸ ਕਰ ਦਿਓ।
ਤਰਸ ਕੀ ਕਰਨਾ ਹੈ, ਦਰਸ਼ਨ ਦੇਹੋ ਆਪਣਾ। ਆਪਣਾ ਜਿਹੜਾ ਨਿੱਜੀ ਆਤਮਿਕ ਸਵਰੂਪ ਹੈ ਉਹਦੇ ਦਰਸ਼ਨ ਦੀਦਾਰੇ ਸਾਨੂੰ ਪ੍ਰਾਪਤ ਹੋ ਜਾਣ। ਏਕ ਵਾਰ ਹੋਏ ਦਰਸ਼ਨ ਜਾ ਕੋ, ਵੇਖਣ ਜੋਗ ਰਹੇ ਪੁੰਨ ਨਾ ਕੋ। ਜਿਹਨੂੰ ਇੱਕ ਵਾਰੀ ਆਤਮਾ ਸਰੂਪ ਦੇ ਦੀਦਾਰ ਹੋ ਜਾਂਦੇ, ਕਿਉਂਕਿ ਉਹ ਵਾਹਿਗੁਰੂ ਦੀ ਜੋਤ ਹੈ, ਉਹਨੂੰ ਕੁਝ ਵੀ ਵੇਖਣਾ ਬਾਕੀ ਨਹੀਂ ਰਹਿ ਜਾਂਦਾ ਹੈ। ਐਸੇ ਆਪਣੇ ਸੁੰਦਰ ਦਰਸ਼ਨ ਦੀਦਾਰੇ ਆਤਮਿਕ ਸਵਰੂਪ ਦੇ ਸਾਨੂੰ ਬਖਸ਼ਿਸ਼ ਕਰ ਦਿਓ। ਐਸੀ ਬਖਸ਼ ਕਰੀਜੈ। ਇਸ ਤਰ੍ਹਾਂ ਦੀ ਜਿਹੜੀ ਬਖਸ਼ਿਸ਼ ਹੈ ਸਾਡੇ ਉੱਤੇ ਮਹਾਰਾਜ ਆਪ ਜੀ ਕਰੀਜੈ ਕਰ ਦੇਣੀ ਕਰੋ। ਭਨਤ ਨਾਨਕ ਭਰਮ ਪਟ ਖੂਲੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ। ਭਰਮ ਪਟ ਖੋਲੇ, ਜਿਹੜੇ ਸਾਡੇ ਮਨ ਦੇ ਅੰਦਰ ਭਰਮ ਦੇ ਜਿਹੜੇ ਕਪਾਟ ਲੱਗੇ ਹੋਏ ਸਨ, ਤਖਤੇ ਲੱਗੇ ਹੋਏ ਸਨ, ਉਹ ਖੁੱਲ ਗਏ ਨੇ। ਕਿਉਂਕਿ ਭਰਮ ਹੀ ਹੈ ਜਿਹੜਾ ਆਤਮਾ ਤੇ ਪਰਮਾਤਮਾ ਵਾਹਿਗੁਰੂ ਦੇ ਸਰੂਪ ਦੇ ਅੰਦਰ ਏਕਤਾ ਨਹੀਂ ਜੀਵ ਦੀ ਹੋਣ ਦਿੰਦਾ। ਜੀਵ ਈਸ਼ ਕੀ ਏਕਤਾ ਕੋ ਗਿਆਨ ਕਹੀਏ ਹੈ। ਜੇਕਰ ਕੋਈ ਬਹੁਤ ਸੂਖਮ ਕੱਪੜੇ ਦਾ ਪਰਦਾ ਵੀ ਲੱਗਿਆ ਹੋਵੇ, ਵਸਤੂ ਬਹੁਤ ਨੇੜੇ ਹੈ, ਪਰਦੇ ਕਰਕੇ ਦੂਰ ਦਿਸਦੀ ਹੈ। ਇਸੇ ਤਰ੍ਹਾਂ ਆਤਮਾ ਸਰੂਪ ਜਿਹੜਾ ਹੈ ਬਹੁਤ ਹੀ ਸੂਖਸ਼ਮ ਤੋਂ ਸੂਖਸ਼ਮ ਹੈ, ਅਤਿਅੰਤ ਨੇੜੇ ਹੈ। ਸਾਰੇ ਗਿਆਨ ਕਰਮ ਇੰਦਰੀਆਂ ਨੂੰ ਉਹ ਪ੍ਰਫੁੱਲਤ ਕਰਦਾ ਹੈ। ਪਰੰਤੂ ਪੰਜ ਜਿਹੜੇ ਸਾਡੇ ਅੰਦਰ ਕੋਸ਼ ਹਨ, ਇਹ ਪਰਦਿਆਂ ਦੀ ਨਿਆਈ ਉਹਨੂੰ ਢਕੀ ਬੈਠੇ ਨੇ। ਜਿਸ ਵੇਲੇ ਵਿਦਿਆ ਪੜ੍ਹਦੇ ਸੀ ਤੇ ਮਹਾਤਮਾ ਬੜਾ ਸੁਖੈਨ ਰੂਪ ਦੇ ਵਿੱਚ ਸਮਝਾਉਂਦੇ ਸਨ ਕਿ ਆਤਮਾ ਸਰੂਪ ਨੂੰ ਪੰਜ ਕੋਸ਼ਾਂ ਦੇ ਪਰਦਿਆਂ ਨੇ ਢਕਿਆ ਕਿਵੇਂ ਹੈ। ਕਿਉਂ ਨਹੀਂ ਦੀਦਾਰ ਹੁੰਦੇ ਉਸ ਆਤਮਿਕ ਵਸਤੂ ਦੇ। ਤੇ ਉਹਨਾਂ ਨੇ ਇੱਕ ਗੰਢਾ ਪਿਆਜ਼ ਲੈ ਕੇ ਸਮਝਾਉਣਾ। ਪਿਆਜ਼ ਦੇ ਵਿਚਕਾਰ ਬਿਲਕੁਲ ਭੂਕਾਂ ਹੁੰਦੀਆਂ, ਜਿੱਥੋਂ ਉਹ ਗੰਢਾ ਅੱਗੇ ਪੈਦਾ ਹੁੰਦਾ, ਪ੍ਰਫੁੱਲਤ ਹੁੰਦਾ ਹੈ। ਉਸ ਭੂਕ ਦੇ ਆਲੇ ਦੁਆਲੇ ਸੂਖਸ਼ਮ ਜਿਹੜੇ ਸੈੱਲ ਹੁੰਦੇ ਉਸ ਪਿਆਜ਼ ਵਿੱਚ, ਉਹਦੇ ਦੁਆਲੇ ਮੋਟੀ ਪਰਤ ਲੱਗੀ ਹੁੰਦੀ। ਫਿਰ ਇੱਕ ਪਰਤ ਲਾ ਦਈਏ ਤੇ ਦੂਜੀ ਪਰਤ ਖੋਲ ਦਈਏ, ਤੀਸਰੀ ਪਰਤ ਉਹਦੀ ਜਿਹੜਾ ਛਿਲਕਾ ਪਿਆਜ਼ ਦਾ ਲਾਹੀ ਜਾਈਏ। ਹੌਲੀ ਹੌਲੀ ਜਦੋਂ ਸਾਰੇ ਛਿਲਕੇ ਲੈ ਜਾਂਦੇ ਤੇ ਭੂਕ ਦੇ ਤੱਕ ਉਹ ਬੰਦਾ ਉੱਥੇ ਤੱਕ ਪਹੁੰਚ ਜਾਂਦਾ। ਇਉਂ ਜਿਹੜਾ ਸਾਡਾ ਆਤਮਿਕ ਸਵਰੂਪ ਹੈ, ਇਹ ਇੱਕ ਭੂਕ ਦੀ ਨਿਆਈ ਹੈ, ਇਹ ਵਿਚਕਾਰ ਹੈ। ਇਹਦੇ ਆਲੇ ਦੁਆਲੇ ਪੰਜ ਜਿਹੜੇ ਕੋਸ਼ ਬਣੇ ਹੋਏ ਨੇ, ਤੇ ਜਿਸ ਨੂੰ ਸਾਧ ਸੰਗਤ ਜੀ ਅੰਨਮੈ ਕੋਸ਼ ਕਹਿੰਦੇ ਨੇ, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼। ਇਹ ਪੰਜ ਕੋਸ਼ਾਂ ਦੇ ਪਰਦਿਆਂ ਨੇ ਆਤਮਾ ਵਸਤੂ ਨੂੰ ਕੱਜਿਆ ਹੋਇਆ, ਢਕਿਆ ਹੋਇਆ। ਜਿਵੇਂ ਜਿਵੇਂ ਇੱਕ ਕੋਸ਼ ਨੂੰ ਲੰਘ ਕੇ ਅੱਗੇ ਜਾਂਦਾ ਸਿਮਰਨ ਅਭਿਆਸ ਕਰਨ ਵਾਲਾ, ਤੇ ਹੌਲੀ ਹੌਲੀ ਆਤਮਾ ਰੂਪ ਦੇ ਦਰਸ਼ਨ ਦੀਦਾਰਿਆਂ ਤੱਕ ਪਹੁੰਚ ਜਾਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਜਿਸ ਵੇਲੇ ਸਾਡੇ ਇਹ ਪੰਜ ਕੋਸ਼ਾਂ ਦੇ ਜਿਹੜੇ ਪਰਦੇ ਸੀ ਖੁੱਲ ਜਾਣਾ ਕੀਤੇ, ਭਰਮ ਦੇ ਲੱਗੇ ਹੋਏ ਜਿੰਦਰੇ ਦਰਵਾਜ਼ੇ ਖੁੱਲ ਜਾਣਾ ਕੀਤੇ ਹਨ। ਗੁਰ ਪ੍ਰਸਾਦੀ ਜਾਣਿਆ। ਇਹ ਗੁਰਾਂ ਦੀ ਪ੍ਰਸਾਦੀ ਕਿਰਪਾ ਦੇ ਨਾਲ ਹੀ ਭਰਮ ਚੁੱਕਿਆ ਜਾਂਦਾ ਹੈ। ਭਰਮ ਕੇ ਪਰਦੇ ਸਤਿਗੁਰ ਖੋਲੇ। ਸਤਿਗੁਰੂ ਜਦੋਂ ਭਰਮ ਚੁੱਕ ਦਿੰਦੇ ਨੇ, ਫਿਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਆਤਮਿਕ ਵਸਤੂ ਨੂੰ ਜਾਣ ਲਈਦਾ। ਉਸ ਵਾਹਿਗੁਰੂ ਦੇ ਸਰੂਪ ਦੀ ਜਿਹੜੀ ਸਖਿਆਤਤਾ ਹੋ ਜਾਂਦੀ ਹੈ। ਸਾਚੀ ਲਿਵ ਲਾਗੀ ਹੈ ਭੀਤਰ। ਹੁਣ ਐਸੀ ਸਾਡੀ ਜਿਹੜੀ ਬਿਰਤੀ ਸੀ, ਇਹ ਬ੍ਰਹਮਾਕਾਰ ਹੋ ਕਰਕੇ ਅੰਤਰਮੁਖੀ ਹੋ ਗਈ। ਲਿਵ ਜਿਹੜੀ ਹੈ ਸੁਰਤ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ, ਉਹਦੇ ਸਰੂਪ ਦੇ ਵਿੱਚ ਲੱਗ ਗਈ ਹੈ, ਜੁੜ ਜਾਣਾ ਕੀਤੀ ਹੈ। ਸਤਿਗੁਰ ਸਿਉ ਮਨ ਮਾਨਿਆ। ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ ਤੇ ਉਹਦੀ ਸੁਰਤ ਇਕਾਗਰ ਹੋ ਕਰਕੇ ਅੰਤਰਮੁਖੀ ਬਿਰਤੀ ਬਣ ਜਾਂਦੀ। ਫਿਰ ਇਹ ਜੀਵ ਦਾ ਜਿਹੜਾ ਮਨ ਸਤਿਗੁਰ ਸਿਉ ਮਨ ਮਾਨਿਆ, ਗੁਰੂ ਸਾਹਿਬ ਦੇ ਨਾਲ ਮਨ ਦਾ ਸਹਿਮਤ ਹੁੰਦਾ ਹੈ।
ਓਨੀ ਦੇਰ ਮਨ ਨਹੀਂ ਮੰਨਦਾ ਜਿੰਨੀ ਦੇਰ ਕਿਰਪਾ ਨਹੀਂ ਪਰਮੇਸ਼ਰ ਵਾਹਿਗੁਰੂ ਜੀ ਦੀ ਹੋ ਜਾਂਦੀ। ਕਿੰਨਾ ਅਸੀਂ ਕਹਿੰਦੇ ਗੁਰੂ ਵਾਲੇ ਬਣੋ ਤੇ ਕਿੰਨੇ ਕੋ ਲੋਕ ਬਣਦੇ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਨਾਲ ਫਿਰ ਜੀਵ ਦੇ ਜਿਹੜੇ ਕੋਈ ਐਸੇ ਕਰਮ ਹਨ, ਨਿਸ਼ਕਾਮ ਕਰਮ ਜਾਗ ਪੈਣ। ਬੰਦਾ ਜਿੰਨੇ ਕਰਮ ਕਰਦਾ ਸਕਾਮੀ ਹੋ ਕੇ ਕਰਦਾ, ਕਾਮਨਾ ਰੱਖ ਰੱਖ ਕੇ ਕਰਦਾ। ਮੈਂ 40 ਦਿਨ ਪਾਠ ਕਰਾਂਗਾ, ਇੰਨੇ ਦਿਨ ਸੇਵਾ ਕਰਾਂਗਾ, ਆਹ ਕਾਮਨਾ ਪੂਰੀ ਹੋ ਜਾਵੇ, ਤੇ ਉਹਨਾਂ ਕੁਝ ਕਰੀ ਜਾਂਦਾ, ਉਹਨਾਂ ਕੁਝ ਲਈ ਜਾਂਦਾ। ਜਦੋਂ ਨਿਸ਼ਕਾਮ ਹੋ ਗਿਆ, ਪਰਮਾਤਮਾ ਵਾਹਿਗੁਰੂ ਜੀ ਦਾ ਚਿੰਤਨ ਸਿਮਰਨ ਕਰਨ ਤੇ ਜੁਟ ਗਿਆ, ਤੇ ਫਿਰ ਉੱਥੇ ਮੰਗਣ ਦੀ ਵੀ ਕੋਈ ਲੋੜ ਨਹੀਂ ਪੈਂਦੀ। ਸਭ ਕੁਝ ਆਟੋਮੈਟਿਕ ਹੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਝੋਲੀਆਂ ਭਰੀ ਜਾਂਦਾ, ਤੇ ਸਤਿਗੁਰੂ ਦੇ ਨਾਲ ਫਿਰ ਮਨ ਗੁਰਮੁਖ ਪਿਆਰੇ ਦਾ ਉੱਥੇ ਸਹਿਮਤ ਹੋ ਜਾਂਦਾ, ਮੰਨ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਹ ਧੰਨ ਪਿਤਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਨ ਸ੍ਰੀ ਮੁਖ ਵਾਕ ਬਖਸ਼ਿਆ, ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕੀਤੀ ਹੈ। ਆਓ ਹੁਣ ਜੋ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਚੱਲ ਰਹੀ ਹੈ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਇਹੋ ਮਨ ਮੈਗਲ ਕਹਾਂ ਬਸੀਅਲੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਣੀ ਹੈ, ਸਿੱਧ ਗੋਸ਼ਟ। ਸਿੱਧਾਂ ਦੇ ਨਾਲ ਗੋਸ਼ਟੀ ਹੋਈ ਸਤਿਗੁਰਾਂ ਦੀ। ਗੋਸ਼ਟ ਦਾ ਅਰਥ ਹੁੰਦਾ ਗੋ ਬਾਣੀ, ਇਸ਼ਟ ਪਿਆਰ ਵਾਲੀ। ਸਿੱਧਾਂ ਵਿੱਚ ਬੜਾ ਮਾਣ ਸੀ, ਹੰਕਾਰ ਸੀ, ਟੇਢੇ ਮੇਢੇ ਸਤਿਗੁਰਾਂ ਨੂੰ ਸ਼ਬਦ ਬੋਲਦੇ ਸਨ, ਸਵਾਲ ਵੀ ਬੜੇ ਟੇਢੇ ਕੀਤੇ ਉਹਨਾਂ ਨੇ। ਸਤਿਗੁਰੂ ਜੀ ਨੇ ਉਹਨਾਂ ਦਾ ਜਵਾਬ ਇਸ਼ਟ ਪਿਆਰੀ ਗੋ ਬਾਣੀ ਵਿੱਚ ਦਿੱਤਾ, ਤਾਂ ਇਸ ਨੂੰ ਸਿੱਧ ਗੋਸ਼ਟ ਕਿਹਾ ਜਾਂਦਾ ਹੈ। ਇਹ ਸਿੱਧ ਗੋਸ਼ਟ ਬਾਣੀ ਦੇ ਅੰਦਰ ਬੜੇ ਤਰ੍ਹਾਂ ਦੇ ਸਵਾਲ ਸਿੱਧ ਕਰਦੇ ਨੇ। ਇਸ ਬਾਣੀ ਦੀਆਂ ਜਿਹੜੀਆਂ 63 ਪੌੜੀਆਂ ਪਿਛਲੀ ਕਥਾ ਵਿੱਚ ਸੰਪੂਰਨ ਹੋ ਚੁੱਕੀਆਂ, 64ਵੀਂ ਪੌੜੀ ਅੱਜ ਆਰੰਭ ਹੋ ਰਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਸਿੱਧਾਂ ਨੇ ਸਵਾਲ ਰੱਖਿਆ, ਕਹਿਣ ਲੱਗੇ, ਇਹੋ ਮਨ ਮੈਂਗਲ ਕਹਾਂ ਬਸੀਅਲੇ। ਗੁਰੂ ਨਾਨਕ ਸਾਹਿਬ ਸਾਨੂੰ ਦੱਸੋ, ਇਹ ਜਿਹੜਾ ਮਨ ਹੈ ਸਾਡਾ ਮੈਂਗਲ, ਇਹ ਮਸਤ ਹਾਥੀ ਵਰਗਾ ਹੈ। ਹਾਥੀ ਵਰਗਾ ਬਹੁਤ ਵੱਡਾ ਮਨ, ਇਹ ਮਨ ਦਾ ਕਹਾਂ ਬਸੀਅਲੇ, ਵਾਸਾ ਕਿੱਥੇ ਹੈ? ਮਨ ਰਹਿੰਦਾ ਕਿਹੜੀ ਜਗ੍ਹਾ ਤੇ, ਮਨ ਟਿਕਦਾ ਕਿੱਥੇ ਹੈ? ਕਹਾਂ ਬਸੈ ਇਹੋ ਪਵਨਾ। ਤੇ ਦੂਜਾ ਸਵਾਲ ਨਾਲ ਹੀ ਕਰ ਦਿੱਤਾ, ਜਿਹੜੀ ਸਰੀਰ ਦੇ ਅੰਦਰ ਪਵਨਾ ਹਵਾ ਹੈ ਪਰਮਾਤਮਾ ਨੇ ਰੱਖੀ ਹੋਈ, ਜਿਹਨੂੰ ਅਸੀਂ ਸਵਾਸ ਕਹਿੰਦੇ, ਵੀ ਬੰਦੇ ਦੇ ਸਵਾਸ ਚੱਲਦੇ ਨੇ, ਇਹ ਸਵਾਸਾਂ ਦੀ ਪੌਣ ਪਰਮਾਤਮਾ ਨੇ ਕਿੱਥੇ ਵਸਾ ਕੇ ਰੱਖੀ ਹੋਈ ਹੈ? ਸਵਾਸ ਕਿੱਥੋਂ ਉੱਠਦਾ ਹੈ, ਕਿੱਥੇ ਜਾ ਕੇ ਸਮਾ ਜਾਂਦਾ, ਇਹ ਸਵਾਸਾਂ ਦੀ ਸਥਿਤੀ ਕਿੱਥੇ ਹੈ? ਇਹ ਦੂਸਰਾ ਸਵਾਲ ਸਤਿਗੁਰਾਂ ਦੇ ਉੱਪਰ ਕੀਤਾ ਸਿੱਧਾਂ ਨੇ। ਕਹਾਂ ਬਸੈ ਸੋ ਸ਼ਬਦ ਔਦੂ। ਸਤਿਗੁਰੂ ਜੀ ਨੂੰ ਤੀਜਾ ਸਵਾਲ ਸਿੱਧ ਪੁੱਛਦੇ ਨੇ। ਔਦੂ ਦਾ ਅਰਥ ਹੈ ਸ੍ਰੇਸ਼ਟ ਗੁਰੂ ਨਾਨਕ ਸਾਹਿਬ। ਔਦੂ ਕਹਿੰਦੇ ਅਵਧੂਤ ਦੇ ਤਾਈ, ਜਿਹੜਾ ਬਰਕਤ ਬੰਦਾ ਹੋਵੇ। ਹੇ ਬਰਕਤ ਤਾਈ ਦਾ ਸਰੂਪ ਗੁਰੂ ਨਾਨਕ ਸਾਹਿਬ, ਸਾਨੂੰ ਇਹ ਵੀ ਦੱਸਣਾ ਕਰੋ ਕਿ ਸ਼ਬਦ ਜਿਹੜਾ ਬ੍ਰਹਮ ਹੈ, ਉਹ ਕਿਹੜੀ ਜਗ੍ਹਾ ਦੇ ਉੱਤੇ ਨਿਵਾਸ ਕਰਦਾ, ਵਸਣਾ ਕਰਦਾ ਹੈ? ਤਾਕੋ ਚੁਕੈ ਮਨ ਕਾ ਭਵਨਾ। ਤੇ ਚੌਥਾ ਪ੍ਰਸ਼ਨ ਜਿਹੜਾ ਸਵਾਲ ਇਹਨਾਂ ਨੇ ਨਾਲ ਇਹ ਕਹਿ ਦਿੱਤਾ, ਕਹਿੰਦੇ ਤਾਂ ਕੋ ਚੁਕੈ ਮਨ ਕਾ ਭਵਨਾ। ਤਾਂ ਕੋ ਦਾ ਅਰਥ ਹੈ ਤਿਸ ਬ੍ਰਹਮ ਸਰੂਪ ਨੂੰ ਜਾਣ ਕਰਕੇ ਮਨ ਦਾ ਭਵਨਾ ਕਹੀਏ, ਜੂਨਾਂ ਵਿੱਚ ਭਟਕਣਾ, ਮਨ ਦਾ ਜੂਨਾਂ ਵਿੱਚ ਘਮਾਉਣਾ ਜੀਵ ਨੂੰ, ਇਹ ਕਿਵੇਂ ਚੁੱਕਿਆ ਜਾ ਸਕਦਾ? ਇਹ 4 ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਦਿੱਤੇ ਨੇ। ਕਹਿਣ ਲੱਗੇ, ਇਹ ਵੀ ਸਾਨੂੰ ਕਿਰਪਾ ਕਰਕੇ ਦੱਸੋ ਕਿ ਜਿਹੜਾ ਐਸਾ ਇਹ ਮਨ ਹੈ ਸਾਡਾ, ਇਹਦਾ ਆਉਣਾ ਜਾਣਾ, ਜੂਨਾਂ ਵਿੱਚ ਘੁੰਮਣਾ, ਇਹ ਕਿਵੇਂ ਚੁੱਕਿਆ ਜਾ ਸਕਦਾ ਹੈ? ਨਦਰ ਕਰੇ ਤਾਂ ਸਤਿਗੁਰ ਮੇਲੇ। ਹੁਣ ਇਹਨਾਂ ਸਵਾਲਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਚੌਥੇ ਸਵਾਲ ਦਾ ਜਵਾਬ ਪਹਿਲਾਂ ਦਿੰਦੇ ਨੇ। ਸਿੱਧ ਗੋਸ਼ਟ ਦੀਆਂ ਪੰਗਤੀਆਂ ਦੇ ਇਹਨਾਂ ਦੇ ਅਰਥ ਕਰਨੇ ਬੜੇ ਕਠਨ ਹਨ।
ਕਈ ਵਾਰੀ 2 ਪੌੜੀਆਂ ਛੱਡ ਕੇ ਇੱਕ ਵਿੱਚ ਅੱਗੇ ਸਵਾਲ ਹੈ ਤੇ ਅੱਗੇ ਤੀਸਰੀ ਪੌੜੀ ਵਿੱਚ ਉਹਦਾ ਜਵਾਬ ਚੁੱਕਣਾ ਪੈਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੁਣ ਚੌਥਾ ਜਿਹੜਾ ਇਹਨਾਂ ਨੇ ਸਵਾਲ ਕੀਤਾ ਸੀ ਕਿ ਮਨ ਦਾ ਜਿਹੜਾ ਭਵਨਾ ਹੈ ਘੁੰਮਣਾ ਜੂਨਾਂ ਦੇ ਵਿੱਚ ਕਿਵੇਂ ਚੁੱਕਿਆ ਜਾ ਸਕਦਾ। ਗਰੀਬ ਨਵਾਜ਼ ਸਤਿਗੁਰੂ ਜਵਾਬ ਦਿੰਦੇ, ਨਦਰ ਕਰੇ ਤਾਂ ਸਤਿਗੁਰ ਮੇਲੇ। ਭਾਈ ਜਦੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀਵ ਤੇ ਆਪਣੀ ਮਿਹਰ ਦੀ ਨਦਰ ਪਾ ਦਿੰਦਾ, ਕਿਰਪਾ ਦੀ ਦ੍ਰਿਸ਼ਟੀ ਪਾਉਂਦਾ ਹੈ ਪਰਮਾਤਮਾ, ਤਾਂ ਫਿਰ ਪੂਰੇ ਸਤਿਗੁਰਾਂ ਦੇ ਨਾਲ ਮੇਲੇ ਜੀਵ ਨੂੰ ਮਿਲਾ ਦਿੰਦਾ। ਪੂਰਾ ਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਿਆ ਕਰਦਾ। ਜਿਹੜੇ ਹਾਲੇ ਗੁਰੂ ਵਾਲੇ ਨਹੀਂ ਬਣੇ, ਸਮਝ ਲਓ ਪਰਮਾਤਮਾ ਦੀ ਕਿਰਪਾ ਤੋਂ ਵੀ ਖਾਲੀ ਤੁਰੇ ਫਿਰਦੇ ਨੇ। ਤੇ ਇਸ ਲਈ ਜਦੋਂ ਪਰਮਾਤਮਾ ਵਾਹਿਗੁਰੂ ਨਦਰ ਕਰਦਾ, ਮਿਹਰ ਦੀ ਕਿਰਪਾ ਦੀ ਦ੍ਰਿਸ਼ਟੀ ਪਾਉਂਦਾ, ਪੂਰੇ ਗੁਰੂ ਨਾਲ ਜੀਵ ਨੂੰ ਮਿਲਾ ਦਿੰਦਾ ਹੈ। ਤਾਂ ਨਿਜ ਕਰ ਵਾਸਾ ਇਹੋ ਮਨ ਪਾਏ। ਫਿਰ ਗੁਰੂ ਦਾ ਕੀ ਕਰਮ ਹੈ? ਗੁਰੂ ਨੇ ਉਪਦੇਸ਼ ਦੇਣਾ ਹੈ ਜੀਵ ਨੂੰ। ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਇਹ ਜਿਹੜਾ ਮਨ ਹੈ ਨਿਜ ਘਰ ਦੇ ਵਿੱਚ ਵਾਸਾ ਪਾ ਲੈਂਦਾ। ਆਪਣੇ ਸਰੂਪ ਰੂਪੀ ਘਰ ਦੇ ਵਿੱਚ, ਮਹੱਲ ਦੇ ਵਿੱਚ ਜਾ ਕੇ ਮਨ ਬਸ ਜਾਂਦਾ, ਮਨ ਟਿਕ ਜਾਂਦਾ ਹੈ। ਮਨ ਦੀ ਸਥਿਤੀ ਹੁੰਦੀ ਜਦੋਂ ਪਰਮਾਤਮਾ ਦੀ ਕਿਰਪਾ ਤੇ ਗੁਰੂ ਦਾ ਮਿਲਾਪ ਹੋ ਜਾਵੇ। ਇਹ ਚੌਥਾ ਜਿਹੜਾ ਸਵਾਲ ਇਹਨਾਂ ਸਿੱਧਾਂ ਨੇ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ, ਉਹਦਾ ਸਤਿਗੁਰੂ ਜੀ ਜਵਾਬ ਦਿੰਦੇ ਹਨ। ਆਪੈ ਆਪ ਖਾਏ ਤਾਂ ਨਿਰਮਲ ਹੋਵੇ। ਜਦੋਂ ਇਹ ਜੀਵ ਗੁਰੂ ਦਾ ਉਪਦੇਸ਼ ਸੁਣ ਕਰਕੇ ਫਿਰ ਆਪੈ ਆਪ ਖਾਏ। ਆਪੈ ਦਾ ਅਰਥ ਆਪਣੇ ਆਤਮਾ ਸਰੂਪ ਦਾ ਗਿਆਨ ਪਾਵੇ। ਗੁਰੂ ਕੋਲੋਂ ਪਹਿਲਾਂ ਗਿਆਨ ਸੁਣਨਾ ਪਵੇਗਾ ਗੁਰੂ ਤੋਂ। ਜਦੋਂ ਗੁਰੂ ਕੋਲੋਂ ਗਿਆਨ ਸੁਣਿਆ, ਫਿਰ ਇਸ ਜੀਵ ਨੇ ਕਮਾਈ ਕੀਤੀ, ਸ਼ਬਦ ਨੂੰ ਕਮਾਉਣਾ ਕੀਤਾ। ਫਿਰ ਅੰਦਰ ਜਿਹੜਾ ਆਪਾ ਭਾਵ ਸੀ, ਦੇਹ ਅਧਿਆਸ ਚੁੱਕੀ ਫਿਰਦਾ ਸੀ, ਹੰਗਤਾ ਸੀ ਜੀਵ ਦੇ ਅੰਦਰ, ਪਦਾਰਥਾਂ ਦੀ ਮਮਤਾ ਮੇਰ ਕਰੀ ਜਾਂਦਾ ਸੀ। ਇਹ ਖਾਏ ਜਦੋਂ ਅੰਦਰੋਂ ਖਾ ਲਈ, ਖਤਮ ਕਰ ਦਿੱਤੀ। ਗੁਰੂ ਦਾ ਉਪਦੇਸ਼ ਸੁਣ ਕਰਕੇ ਤੇ ਗਿਆਨ ਦੇ ਸੰਯੁਕਤ ਹੋ ਕੇ ਜਦੋਂ ਆਪਾ ਭਾਵ ਖਾ ਲਿਆ, ਇਹਨੇ ਖਤਮ ਕਰ ਦਿੱਤਾ। ਨਿਰਮਲ ਹੋਵੇ, ਫਿਰ ਇਹ ਮਨ ਨਿਰਮਲ ਹੁੰਦਾ, ਮੈਲਾਂ ਕੱਟੀਆਂ ਜਾਂਦੀਆਂ, ਉਜਲਤਾਈ ਦਾ ਸਰੂਪ ਬਣ ਜਾਂਦਾ ਹੈ। ਧਾਵਤ ਵਰਜ ਰਹਾਏ। ਤੇ ਧਾਵਤ ਦਾ ਅਰਥ ਜਿਹੜਾ ਦੌੜਿਆ ਜਾਂਦਾ ਹੈ, ਧਾਵਾ ਕਰਕੇ ਜੂਨਾਂ ਵੱਲ ਨੂੰ ਖਿੱਚੀ ਤੁਰਿਆ ਜਾਂਦਾ ਮਨ। ਇਹ ਮਨ ਤਾਂ ਉਹੀ ਹੈ, ਜੂਨਾਂ ਬਦਲੀ ਜਾਂਦੀਆਂ ਨੇ। ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਇਹ ਜਿਹੜਾ ਮਨ ਹੈ ਇਹ ਬਾਰ-ਬਾਰ ਜੂਨਾਂ ਦੇ ਵੱਲ ਨੂੰ ਧਾਵਾ ਦੇ ਕੇ, ਹੱਲਾ ਦੇ ਕਰਕੇ ਜੀਵ ਨੂੰ ਖਿੱਚੀ ਤੁਰਿਆ ਜਾਂਦਾ। ਫਿਰ ਧਾਵਤ ਵਰਜ ਰਹਾਵੇ। ਐਸੇ ਮਨ ਨੂੰ ਧਾਵਤ ਦੌੜੇ ਜਾਂਦੇ ਨੂੰ ਵਰਜ ਰੋਕ ਕਰਕੇ ਰਹਾਏ ਰੱਖਿਆ ਜਾ ਸਕਦਾ ਹੈ। ਕਿਉ ਮੂਲ ਪਛਾਣੈ ਆਤਮ ਜਾਣੈ। ਇਹ ਚੌਥੇ ਜਿਹੜੇ ਪ੍ਰਸ਼ਨ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤਾ। ਤੇ ਹੁਣ ਸਿੱਧਾ ਨੇ ਪੰਜਵਾਂ ਸਵਾਲ ਅੱਗੇ ਰੱਖ ਦਿੱਤਾ ਹੈ। 3 ਜਿਹੜੇ ਪਹਿਲੇ ਸਵਾਲ ਨੇ ਉਹਨਾਂ ਦੇ ਅਗਲੀ ਪੌੜੀ ਵਿੱਚ ਜਾ ਕੇ ਸਤਿਗੁਰੂ ਜੀ ਨੇ ਜਵਾਬ ਦੇਣੇ ਨੇ। ਤੇ ਅਗਲਾ ਜਿਹੜਾ ਸਵਾਲ ਪੰਜਵਾਂ ਰੱਖ ਦਿੱਤਾ, ਕਿਉਂ ਮੂਲ ਪਛਾਣੈ। ਇਹ ਜਿਹੜਾ ਜੀਵ ਹੈ ਆਪਣੇ ਮੂਲ ਨੂੰ, ਮੁੱਢ ਨੂੰ ਕਿੱਥੋਂ ਉਪਜੈ, ਕਹਿ ਰਹਿ ਕਹਿ ਮਾਹੇ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਤੇਰਾ ਮੂਲ ਕੀ ਹੈ, ਮੁੱਢ ਕੀ ਹੈ, ਕਿੱਥੋਂ ਤੂੰ ਪੈਦਾ ਹੋਇਆ, ਕਿੱਥੇ ਰਹਿ ਰਿਹਾ, ਕੱਲ ਨੂੰ ਕਿੱਥੇ ਜਾ ਕੇ ਤੂੰ ਸਮਾ ਜਾਣਾ। ਉਸ ਮੂਲ ਸਰੂਪ ਨੂੰ ਕਿਉਂ ਮੂਲ ਪਛਾਣੈ, ਕਿਵੇਂ ਪਛਾਨਣਾ ਕਰੇ, ਇਹ ਜੀਵ ਕਿਵੇਂ ਜਾਣਨਾ ਕਰੇ। ਇਹ ਪੰਜਵਾਂ ਸਵਾਲ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। 6ਵਾਂ ਸਵਾਲ ਰੱਖਿਆ, ਕਹਿੰਦੇ ਆਤਮ ਜਾਣੈ। ਆਪਣਾ ਜਿਹੜਾ ਆਤਮਾ ਸਵਰੂਪ ਹੈ, ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ, ਉਹਨੂੰ ਇਹ ਜੀਵ ਕਿਵੇਂ ਜਾਣਨਾ ਕਰੇਗਾ। ਕਿਉ ਸਸਕਾਰ ਸੂਰ ਸਮਾਵੈ। ਤੇ 7ਵਾਂ ਸਵਾਲ ਫਿਰ ਗੁਰੂ ਨਾਨਕ ਸਾਹਿਬ ਜੀ ਤੇ ਕਰ ਦਿੱਤਾ। ਸਿੱਧਾਂ ਨੂੰ ਜਵਾਬ ਦੇਣੇ ਬੜੇ ਔਖੇ ਸਨ।
ਇਹ ਸਵਾਲ ਤੇ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਕਰਦੇ ਪਏ ਨੇ ਵੀ ਸ਼ਾਇਦ ਕੋਈ ਸਵਾਲ ਦਾ ਜਵਾਬ ਗੁਰੂ ਸਾਹਿਬ ਨੂੰ ਨਾ ਆਵੇ, ਅਸੀਂ ਉਥੋਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਚੇਲਾ ਬਣਾ ਲਵਾਂਗੇ। ਸੱਤਵਾਂ ਜਿਹੜਾ ਸਵਾਲ ਰੱਖਿਆ ਬਹੁਤ ਵੱਡਾ, ਕਹਿਣ ਲੱਗੇ ਕਿਉਂ ਸੱਸ ਘਰ ਸੂਰ ਸਮਾਵੇ। ਤੇ ਜਿਹੜਾ ਸੱਸ ਨਾਮ ਹੈ ਚੰਦਰਮਾ ਦਾ, ਸੂਰ ਨਾਮ ਹੈ ਸੂਰਜ ਦਾ। ਕਹਿੰਦੇ ਚੰਦਰਮਾ ਦੇ ਘਰ ਅੰਦਰ ਸੂਰਜ ਆ ਕਰਕੇ ਕਿਵੇਂ ਸਮਾਉਣਾ ਕਰੇਗਾ। ਇਹਦਾ ਭਾਵ ਕਹਿਣਾ ਕੀ ਚਾਹੁੰਦੇ ਸੀ ਸਿੱਧ ਲੋਕ ਕਿ ਜਿਹੜੀ ਜੀਵ ਦੇ ਅੰਦਰ ਅਵਿਦਿਆ ਦੀ ਰਾਤ ਪਈ ਹੋਈ ਹੈ, ਇਹ ਅੰਤਸ਼ ਕਰਨ ਰੂਪੀ ਚੰਦਰਮਾ ਦੇ ਵਿੱਚ ਹੈ, ਤੇ ਇਹਦੇ ਵਿੱਚ ਆ ਕਰਕੇ ਅੰਤਸ਼ ਕਰਨ ਦੇ ਅੰਦਰ ਗਿਆਨ ਦਾ ਚਾਨਣ ਦੇਣ ਵਾਲਾ ਗਿਆਨ ਰੂਪੀ ਸੂਰਜ ਕਿਵੇਂ ਆ ਕੇ ਸਮਾਵੇਗਾ। ਅਗਿਆਨੀ ਬੰਦੇ ਨੂੰ, ਬੇਸਮਝ ਬੰਦੇ ਨੂੰ ਗਿਆਨ ਕਿਵੇਂ ਹੋਵੇਗਾ। ਇਹ ਸੱਤਵਾਂ ਸਵਾਲ ਸਤਿਗੁਰਾਂ ਦੇ ਉੱਪਰ ਕੀਤਾ ਹੈ। ਗੁਰਮੁਖ ਹੋਮੈ ਵਿੱਚੋਂ ਖੋਵੈ। ਸਤਿਗੁਰੂ ਜੀ ਹੁਣ ਸਭ ਤੋਂ ਪਹਿਲਾਂ ਸੱਤਵੇਂ ਪ੍ਰਸ਼ਨ ਸਵਾਲ ਦਾ ਜਵਾਬ ਦੇਣ ਲੱਗੇ ਨੇ। ਕਹਿੰਦੇ ਸਿੱਧ ਨਾਥੋ ਗੁਰਮੁਖ ਹੋਮੈ ਵਿੱਚੋਂ ਖੋਵੈ। ਜਦੋਂ ਕੋਈ ਗੁਰੂ ਦਾ ਸਿੱਖ ਬਣ ਜਾਵੇ, ਗੁਰੂ ਦੇ ਮੁਖ ਤੋਂ ਬਚਨ ਸੁਣੇ, ਉਪਦੇਸ਼ ਸੁਣੇਗਾ, ਉਹਦੀ ਫਿਰ ਕਮਾਈ ਕਰਨੀ ਕਰੇਗਾ। ਗੁਰੂ ਦੇ ਬਚਨਾਂ ਨੂੰ, ਸ਼ਬਦ ਨੂੰ ਕਮਾ ਕਰਕੇ ਅੰਦਰੋਂ ਆਪਣੀ ਜਿਹੜੀ ਸੂਖਮ ਤੇ ਸਥੂਲ ਦੋ ਤਰ੍ਹਾਂ ਦੀ ਹਉਮੈ ਖੋ ਲਵੇਗਾ, ਦੂਰ ਕਰ ਦੇਵੇਗਾ। ਕਉ ਨਾਨਕ ਸਹਿਜ ਸਮਾਵੈ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਹਿਜੇ ਨਿਰਜਤਨ ਹੀ ਐਸੀ ਜਿਹੜੀ ਅਵਿਦਿਆ ਰੂਪੀ ਰਾਤ ਹੈ, ਉਹ ਚੰਦਰਮਾ ਹੈ, ਅੰਤਸ਼ ਕਰਨ ਰੂਪ ਚੰਦਰਮਾ ਕਰਕੇ ਉਸ ਦੇ ਵਿੱਚ ਸਹਿਜ ਗਿਆਨ ਰੂਪੀ ਜਿਹੜਾ ਐਸਾ ਸੂਰਜ ਹੈ ਆ ਕੇ ਸਮਾ ਜਾਵੇਗਾ। ਭਾਈ ਗੁਰਮੁਖ ਬਣ ਕਰਕੇ ਹਉਮੈ ਦੂਰ ਕਰੀਦੀ ਹੈ, ਫਿਰ ਗੁਰੂ ਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਅਵਿਦਿਆ ਦੀ ਰਾਤ ਚੁੱਕੀ ਜਾਂਦੀ, ਚਾਨਣ ਹੋ ਜਾਂਦਾ। ਸਾਸ ਜਿਹੜਾ ਚੰਦਰਮਾ ਅੰਤਸ਼ ਕਰਨ ਹੈ, ਉਹਦੇ ਵਿੱਚ ਗਿਆਨ ਰੂਪੀ ਸੂਰਜ ਦਾ ਸਮਾਉਣਾ ਹੁੰਦਾ ਹੈ। ਇਹੋ ਮਨ ਨਿਹਚਲ ਹਿਰਦੈ ਵਸੀਲੇ। ਹੁਣ ਇੱਥੇ ਪਹਿਲਾ ਸਵਾਲ ਜਿਹੜਾ ਸੀ 64ਵੀਂ ਪੌੜੀ ਦੇ ਆਰੰਭ ਵਿੱਚ, ਉਹ ਕੀ ਸਵਾਲ ਕੀਤਾ ਸੀ? ਇਹੋ ਮਨ ਮੈਂਗਲ ਕਹਾਂ ਬਸੀਲੇ। ਗੁਰੂ ਨਾਨਕ ਸਾਹਿਬ ਇਹ ਦੱਸੋ, ਜਿਹੜਾ ਇਹ ਮੈਂਗਲ ਹਾਥੀ ਸਾਡਾ ਮਨ ਹੈ, ਇਹ ਕਿੱਥੇ ਜਾ ਕਰਕੇ ਬਸਣਾ ਕਰਦਾ ਹੈ? ਸਤਿਗੁਰੂ ਉਹਦਾ ਜਵਾਬ ਜਿਹੜਾ ਅਗਲੀ ਪੌੜੀ ਦੀ ਆਰੰਭਤਾ ਵਾਲੀ ਪੰਕਤੀ ਵਿੱਚ ਦਿੰਦੇ ਨੇ, ਇਹੋ ਮਨ ਨਿਹਚਲ ਹਿਰਦੈ ਵਸੀਲੇ। ਇਹ ਜਿਹੜਾ ਮਨ ਰੂਪੀ ਸਾਡਾ ਹਾਥੀ ਹੈ, ਇਹ ਹਿਰਦੇ ਦੇ ਅੰਦਰ ਨਿਹਚਲ ਦਾ ਅਰਥ ਅਚਲ ਹੋ ਕਰਕੇ ਬਸਦਾ ਹੈ। ਜਦੋਂ ਮਨ ਟਿਕ ਜਾਂਦਾ, ਨਿਹਚਲ ਹੋ ਜਾਂਦਾ, ਅਚਲ ਹੋ ਜਾਂਦਾ, ਚੱਲਣ ਤੋਂ ਰਹਿਤ ਹੈ, ਇਕਾਗਰ ਹੋ ਜਾਂਦਾ, ਫਿਰ ਇਹ ਮਨ ਹਿਰਦੇ ਦੇ ਵਿੱਚ ਆ ਕਰਕੇ ਟਿਕ ਜਾਂਦਾ, ਇਸਤਤ ਹੋ ਜਾਂਦਾ ਹੈ। ਗੁਰਮੁਖ ਮੂਲ ਪਛਾਨ ਰਹੈ। ਫਿਰ ਸਤਿਗੁਰਾਂ ਤੇ ਸਵਾਲ ਕੀਤਾ ਸੀ ਵੀ ਇਹ ਜਿਹੜਾ ਜੀਵ ਹੈ, ਮੂਲ ਬ੍ਰਹਮ ਸਰੂਪ ਨੂੰ ਕਿਵੇਂ ਪਛਾਨਣਾ ਕਰੇ। ਇਹ ਪੰਜਵਾਂ ਸਵਾਲ ਸੀ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ। ਪੰਜਵੇਂ ਸਵਾਲ ਦਾ ਜਵਾਬ ਸਤਿਗੁਰੂ ਕਹਿੰਦੇ ਗੁਰਮੁਖ ਮੂਲ ਪਛਾਣ ਰਹੈ। ਜਿਹੜਾ ਭਾਈ ਗੁਰਮੁਖ ਹੈ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ, ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮੈਂ ਤੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣਾ, ਉਹਨੂੰ ਗੁਰਮੁਖ ਕਹਿੰਦੇ ਨੇ। ਗੁਰੂ ਦੀ ਸਿੱਖਿਆ ਤੇ ਚੱਲ ਕੇ, ਗੁਰਮੁਖ ਬਣ ਕੇ, ਗੁਰੂ ਦੇ ਬਚਨ ਕਮਾ ਕਰਕੇ ਮੂਲ ਪਛਾਣ ਰਹੇ। ਆਪਣਾ ਮੂਲ ਜਿਹੜਾ ਮੁੱਢ ਬ੍ਰਹਮ ਸਰੂਪ ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਪਛਾਣ ਕਰਕੇ ਜੀਵ ਰਹਿੰਦਾ ਹੈ। ਉਹਦੀ ਪਛਾਣ ਕਰਦਾ ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਪਾ ਲੈਂਦਾ ਹੈ। ਨਾਭ ਪਵਨ ਘਰ ਆਸਨ ਬੈਸੈ। ਦੂਜਾ ਸਵਾਲ ਸਤਿਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਕੀਤਾ ਸੀ। ਕਹਿੰਦੇ ਸਨ ਕਹਾਂ ਬਸੈ ਇਹੋ ਪਵਨਾ। ਜਿਹੜੇ ਪਵਨਾ ਹਵਾ ਹੈ, ਸਾਡੇ ਸਵਾਸ ਨੇ ਸਰੀਰ ਵਿੱਚ, ਇਹ ਕਹਾਂ ਬਸੈ, ਕਿੱਥੇ ਵਸਦੇ ਨੇ? ਸਵਾਸਾਂ ਦਾ ਕੋਈ ਟਿਕਾਣਾ ਹੋਵੇਗਾ ਸਰੀਰ ਦੇ ਵਿੱਚ? ਕਿਹੜੀ ਜਗ੍ਹਾ ਤੋਂ ਸਵਾਸ ਉੱਠਦਾ, ਕਿਹੜੀ ਜਗ੍ਹਾ ਤੇ ਜਾ ਕੇ ਸਮਾ ਜਾਂਦਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਭ ਪਵਨ ਘਰ ਆਸਣ ਬੈਸੈ। ਇਸ ਲਈ ਭਾਈ ਜਿਹੜੀ ਸਾਡੇ ਸਰੀਰ ਦੇ ਅੰਦਰ ਨਾਭੀ ਹੈ,
ਤੇ ਇੱਥੇ ਪਰਮਾਤਮਾ ਵਾਹਿਗੁਰੂ ਜੀ ਨੇ ਪਵਨ ਜਿਹੜੀ ਹਵਾ ਰੱਖੀ ਹੋਈ ਹੈ, ਇੱਥੇ ਸਾਡੇ ਸਵਾਸ ਆਸਣ ਲਾ ਕਰਕੇ ਬੈਸੈ ਇਸਤਤ ਹੁੰਦੇ ਟਿਕਦੇ ਨੇ। ਸਿਮਰਨ ਕਰਨ ਵਾਲਾ ਅਭਿਆਸੀ ਸੱਜਣ ਕਿਤੇ ਜਦੋਂ ਇਕਾਗਰ ਹੋ ਕੇ ਬੈਠਦਾ ਤੇ ਅੰਦਰੋਂ ਜਦੋਂ ਸਵਾਸਾਂ ਨਾਲ ਸਿਮਰਨ ਕਰਦਾ, ਉਹ ਧਿਆਨ ਲਾ ਕੇ ਵੇਖਦਾ ਸਵਾਸ ਉੱਠਦਾ ਕਿੱਥੋਂ ਹੈ। ਨਾਭੀ ਦੇ ਦੁਆਲੇ ਪ੍ਰਾਣ ਤੇ ਅਪਾਨ ਵਾਯੂ ਦੀ ਜਦੋਂ ਗੰਢ ਖੁੱਲਦੀ ਤੇ ਬੰਦੇ ਦਾ ਸਰੀਰ ਉਦੋਂ ਹੀ ਛੁੱਟਦਾ ਹੈ। ਇਹ ਜਿਹੜੇ ਐਸੇ ਸਵਾਸ ਨਾਭੀ ਦੇ ਦੁਆਰੇ ਇਸ ਤਰ੍ਹਾਂ ਘੁੰਮਦੇ ਨੇ, ਤੇ ਜਿਸ ਪ੍ਰਕਾਰ ਸਾਧ ਸੰਗਤ ਜੀ ਕੋਈ ਭਮੀਰੀ ਘੁੰਮਦੀ ਹੋਵੇ, ਉਹਦੇ ਵਿਚਕਾਰ ਇੱਕ ਧੁਰਾ ਹੁੰਦਾ, ਉਹਦੇ ਆਲੇ ਦੁਆਲੇ ਇਸ ਪ੍ਰਕਾਰ ਇਹ ਸਾਰੇ ਘੁੰਮ ਰਹੇ ਨੇ। ਜਾਂ ਕਿੱਲੀ ਦੇ ਦੁਆਲੇ ਚੱਕੀ ਘੁੰਮਦੀ ਹੈ, ਕਿੱਲੀ ਦੀ ਨਿਆਈ ਨਾਭੀ ਹੈ, ਚੱਕੀ ਦੀ ਨਿਆਈ ਇਹ ਸਵਾਸ ਘੁੰਮਦੇ ਨੇ। ਇੱਥੋਂ ਸਵਾਸ ਉੱਠਦਾ ਹੈ ਤੇ ਇੱਥੇ ਜਾ ਕੇ ਸਵਾਸ ਸਾਡਾ ਨਾਭੀ ਵਿੱਚ ਹੀ ਸਮਾ ਜਾਂਦਾ। ਉਹ ਬਚਨ ਇੱਥੇ ਗੁਰੂ ਨਾਨਕ ਸਾਹਿਬ ਸਿੱਧਾ ਨੂੰ ਜਵਾਬ ਦਿੰਦੇ ਨੇ। ਸਤਿਗੁਰੂ ਕਹਿੰਦੇ ਨਾਭ ਪਵਨ ਘਰ ਆਸਣ ਵੈਸੈ। ਭਾਈ ਜਿਹੜੀ ਐਸੀ ਸਾਡੀ ਇਹ ਨਾਭੀ ਹੈ, ਇਸ ਦੇ ਵਿੱਚ ਹੀ ਪਰਮਾਤਮਾ ਨੇ ਸਵਾਸ ਸਥਿਤ ਕਰਕੇ ਟਿਕਾਏ ਹੋਏ ਨੇ। ਇੱਥੋਂ ਉੱਠਦੇ ਨੇ, ਇੱਥੇ ਜਾ ਕੇ ਸਵਾਸ ਟਿਕ ਜਾਂਦੇ ਹਨ। ਗੁਰਮੁਖ ਖੋਜਤ ਤਤ ਲਹੈ। ਤੇ ਹੁਣ ਅੱਗੇ ਫਿਰ ਸਤਿਗੁਰੂ ਪਾਤਸ਼ਾਹ ਨੂੰ ਇਹਨਾਂ ਨੇ 6ਵਾਂ ਸਵਾਲ ਕੀਤਾ ਸੀ, ਆਤਮ ਜਾਣੈ। ਜਿਹੜੀ ਆਤਮਾ ਵਸਤੂ ਹੈ, ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਹੈ, ਉਹਨੂੰ ਜੀਵ ਕਿਵੇਂ ਜਾਣਨਾ ਕਰੇ। ਸਤਿਗੁਰੂ ਜੀ ਕਹਿੰਦੇ ਸਿੱਧ ਨਾਥੋ ਗੁਰਮੁਖ ਖੋਜਤ ਤਤ ਲਹੈ। ਜਦੋਂ ਕੋਈ ਗੁਰੂ ਦਾ ਪਿਆਰਾ ਗੁਰੂ ਦੇ ਬਚਨ ਸੁਣੇਗਾ, ਫਿਰ ਕਮਾਵੇਗਾ, ਤੇ ਫਿਰ ਆਪਣੇ ਆਪੇ ਦੀ ਖੋਜਤ ਕਹੀਏ ਖੋਜ ਕਰੇਗਾ ਕਿ ਮੈਂ ਕੀ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਗਿਆਨ ਇੰਦਰੇ ਕਰਮ ਇੰਦਰੇ ਨਹੀਂ ਹਾਂ, ਮੈਂ ਸਵਾਸ ਨਹੀਂ ਹਾਂ। ਇਹਨਾਂ ਸਵਾਸਾਂ ਤੋਂ ਉੱਪਰ ਸਾਰਿਆਂ ਨੂੰ ਚਲਾਉਣ ਵਾਲਾ ਮੈਂ ਤੇ ਆਤਮਾ ਪਰਮਾਤਮਾ ਦਾ ਰੂਪ ਹਾਂ, ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹਾਂ। ਮੈਂ ਆਪਣਾ ਜਿਹੜੀ ਮੇਰੀ ਆਤਮਾ ਹੈ, ਇਹ ਕਿਸ ਪ੍ਰਕਾਰ ਜੀਵ ਜਾਣੇਗਾ। ਜਦੋਂ ਗੁਰਮੁਖ ਬਣੇਗਾ, ਗੁਰਮੁਖ ਬਣ ਕੇ ਆਪਣੇ ਆਪੇ ਦੀ ਖੋਜ ਕਰੇਗਾ, ਫਿਰ ਤਤ ਜਿਹੜਾ ਸਿਧਾਂਤ ਰੂਪ ਪਰਮਾਤਮਾ ਬ੍ਰਹਮ ਹੈ, ਉਸ ਨੂੰ ਲਹਿ ਪ੍ਰਾਪਤ ਕਰ ਲਵੇਗਾ। ਉਹ ਸ਼ਬਦ ਨਿਰੰਤਰ ਨਿਜ ਕਰ ਆਛੈ। ਤੇ ਤੀਸਰਾ ਜਿਹੜਾ ਸਵਾਲ ਸਤਿਗੁਰਾਂ ਦੇ ਉੱਪਰ ਇਹਨਾਂ ਸਿੱਧਾਂ ਨੇ ਕੀਤਾ ਸੀ, ਕਹਾਂ ਵਸੈ ਸੋ ਸ਼ਬਦ ਔਧੂ। ਹੇ ਔਧੂ ਅਵਧੂਤ ਗੁਰੂ ਨਾਨਕ ਸਾਹਿਬ ਬਰਗਤ ਸਤਿਗੁਰੂ ਜੀ, ਉਹ ਜਿਹੜਾ ਸ਼ਬਦ ਬ੍ਰਹਮ ਜੀ ਦਾ ਜ਼ਿਕਰ ਕਰਦੇ ਹੋ, ਉਹ ਸ਼ਬਦ ਬ੍ਰਹਮ ਕਿੱਥੇ ਜਾ ਕਰਕੇ ਵਸਦਾ ਹੈ, ਉਹਦਾ ਨਿਵਾਸ ਕਿਹੜੀ ਜਗ੍ਹਾ ਤੇ ਹੈ। ਸਤਿਗੁਰੂ ਹੁਣ ਤੀਸਰੇ ਸਵਾਲ ਦਾ ਜਵਾਬ ਦਿੰਦੇ ਨੇ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਸ਼ਬਦ ਨਿਰੰਤਰ ਨਿਜ ਘਰ ਆਸ਼ੈ। ਉਹ ਜਿਹੜਾ ਸ਼ਬਦ ਬ੍ਰਹਮ ਸਰੂਪ ਪਰਮਾਤਮਾ ਵਾਹਿਗੁਰੂ ਹੈ, ਉਹ ਨਿਰੰਤਰ ਇੱਕ ਰਸ ਨਿਜ ਘਰ ਆਸ਼ੈ। ਤੇ ਨਿਜ ਕਹੀਏ ਆਪਣੇ ਘਰ ਸਰੂਪ ਦੇ ਅੰਦਰ ਹੀ ਆਸ਼ੈ ਸਥਿਤ ਹੋਇਆ ਹੋਇਆ ਹੈ। ਸਰੂਪ ਦੇ ਵਿੱਚ ਹੀ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਹੈ, ਸ਼ਬਦ ਬ੍ਰਹਮ ਰੂਪ ਹੋ ਕਰਕੇ ਨਿਵਾਸ ਕਰਦਾ ਵਸਦਾ ਹੈ। ਤ੍ਰਿਭਵਨ ਜੋਤ ਸੋ ਸ਼ਬਦ ਲਹੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ, ਗੁਰਮੁਖ ਬਣ ਕੇ ਸਿਮਰਨ ਕਰਦੇ ਨੇ, ਗੁਰੂ ਦੀ ਸਿੱਖਿਆ ਤੇ ਚੱਲ ਕੇ ਸ਼ਬਦ ਦੀ ਕਮਾਈ ਕਰਦੇ ਨੇ, ਉਹ ਤ੍ਰਿਭਵਨ ਜੋਤ ਲਹੈ। ਤਿੰਨਾਂ ਭਵਨਾਂ ਦੇ ਅੰਦਰ ਮਾਤ ਲੋਕ, ਦੇਵ ਲੋਕ ਤੇ ਪਤਾਲ ਲੋਕ, ਤਿੰਨਾਂ ਦੇ ਵਿੱਚ ਹੀ ਪਰਮਾਤਮਾ ਦੀ ਜੋਤੀ ਨੂੰ ਲਹਿ ਲਖ ਲੈਂਦੇ ਨੇ। ਉਹ ਕਹਿੰਦੇ ਨੇ ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਪਾਣੀਆਂ ਵਾਲੇ ਜੀਵਾਂ ਵਿੱਚ ਵੀ ਪਰਮਾਤਮਾ ਦੀ ਜੋਤ ਤਾਂ ਤੁਰੇ ਫਿਰਦੇ ਨੇ। ਮਨੁੱਖਾਂ ਅੰਦਰ 84 ਲੱਖ ਜੂਨਾਂ ਜਿੰਨੀਆਂ ਧਰਤੀ ਉੱਪਰ ਨੇ, ਇਹ ਵੀ ਉਹਦੀ ਜੋਤ ਕਰਕੇ ਤੁਰਦੀਆਂ ਨੇ। ਦੇਵ ਲੋਕ ਦੀਆਂ ਰੂਹਾਂ, ਇਹ ਵੀ ਸਾਧ ਸੰਗਤ ਸੂਖਮ ਸਰੀਰਾਂ ਵਿੱਚ ਨੇ, ਸੂਖਮ ਸਰੀਰ ਵੀ ਉਹਦੇ ਸਹਾਰੇ ਤੁਰਦੇ ਨੇ। ਫਿਰ ਤਿੰਨਾਂ ਦੇ ਵਿੱਚ ਹੀ ਤ੍ਰਿਭਵਨ, ਤਿੰਨਾਂ ਲੋਕਾਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਲਖ ਲੈਂਦੇ, ਜਾਣ ਲੈਂਦੇ ਹਨ। ਆਵੈ ਦੁਖ ਭੂਖ ਸਾਚੇ ਕੀ। ਜੇਕਰ ਕਿਤੇ ਸੱਚੇ ਪਰਮਾਤਮਾ ਦੇ ਨਾਮ ਦੇ ਜਪਣ ਦੀ ਭੁੱਖ ਪੈਦਾ ਹੋ ਜਾਵੇ ਜੀਵ ਦੇ ਅੰਦਰ, ਨਾਮ ਦੀ ਭੁੱਖ ਲੱਗ ਜਾਵੇ, ਮੈਂ ਨਾਮ ਜਪਣਾ, ਮੈਂ ਸਿਮਰਨ ਕਰਨਾ, ਉਹ ਭੁੱਖ ਸਾਰੇ ਦੁੱਖਾਂ ਨੂੰ ਖਾ ਜਾਂਦੀ ਹੈ।
ਭਾਵ ਸਿਮਰਨ ਕਰਨ ਦੀ ਜਦੋਂ ਭੁੱਖ ਪੈਦਾ ਹੁੰਦੀ, ਕੋਈ ਸਿਮਰਨ ਕਰਦਾ, ਉਹਦੇ ਸਾਰੇ ਦੁੱਖ ਹੀ ਮਿਟ ਜਾਂਦੇ, ਕੱਟੇ ਜਾਂਦੇ ਹਨ। ਸਾਚੇ ਹੀ ਤ੍ਰਿਪਤਾਸ ਰਹੈ। ਫਿਰ ਸੱਚੇ ਪਰਮਾਤਮਾ ਦਾ ਚਿੰਤਨ, ਸੱਚੇ ਦਾ ਨਾਮ ਸਿਮਰਨ ਅਭਿਆਸ ਕਰਨ ਕਰਕੇ ਜੀਵ ਸਦਾ ਵਾਸਤੇ ਤ੍ਰਿਪਤ ਹੋ ਜਾਂਦਾ ਤੇ ਸਾਰੀਆਂ ਪਿਆਸਾਂ ਉਹਦੀਆਂ ਲੱਥ ਜਾਂਦੀਆਂ ਨੇ, ਤ੍ਰਿਪਤੀ ਹੋ ਜਾਂਦੀ ਹੈ। ਅਨਹਦ ਬਾਣੀ ਗੁਰਮੁਖ ਜਾਣੀ। ਜਿਹੜੀ ਹੱਦ ਤੋਂ ਰਹਿਤ ਗੁਰੂ ਸਾਹਿਬ ਜੀ ਦੀ ਪਾਵਨ ਇਹ ਬਾਣੀ ਹੈ, ਗੁਰੂ ਪਰਮਾਤਮਾ ਦਾ ਨਾਮ ਹੈ, ਨਾਮ ਰੂਪੀ ਬਾਣੀ, ਜਿਹਦੀ ਕੋਈ ਵੀ ਹੱਦ ਨਹੀਂ ਨਾਪੀ ਜਾ ਸਕਦੀ। ਇਹ ਭਾਈ ਗੁਰਮੁਖ ਪਿਆਰਿਆਂ ਨੇ ਜਾਣੀ ਜਾਣਨਾ ਕੀਤੀ। ਅਸੀਂ ਗੁਰਬਾਣੀ ਦੀ ਕਦਰ ਨਹੀਂ ਸਮਝਦੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤਾ ਗੁਰਬਾਣੀ ਕੀ, ਗੁਰਬਾਣੀ ਸ਼ਕਤੀ ਹੈ। ਜਿੰਨੀ ਬਾਣੀ ਪੜਾਂਗੇ ਓਨੀ ਤਾਕਤ, ਓਨੀ ਸ਼ਕਤੀ ਇਕੱਠੀ ਹੋਈ ਜਾਣੀ ਹੈ। ਇਹ ਗੁਰਮੁਖ ਪਿਆਰਿਆਂ ਨੇ ਜਾਣਿਆ ਵੀ ਜਿਹੜੀ ਇਹ ਬਾਣੀ ਪਰਮਾਤਮਾ ਵਾਹਿਗੁਰੂ ਦਾ ਨਾਮ ਇਹ ਹੱਦ ਤੋਂ ਰਹਿਤ ਹੈ। ਫਿਰ ਲੋਕੋ ਅਰਥਾਵੈ। ਇਸ ਪਾਵਨ ਗੁਰਬਾਣੀ ਦੇ ਜਿਹੜੇ ਅਰਥ ਹਨ ਉਹ ਵੀ ਕਿਸੇ ਬਿਰਲੇ ਨੂੰ ਸੋਝੀ ਸਤਿਗੁਰੂ ਦਿੰਦੇ ਨੇ। ਬਿਰਲਾ ਬਿਰਲਾ ਗੁਰੂ ਦਾ ਪਿਆਰਾ, ਕੋਈ ਟਾਵਾਂ ਟੱਲਾ, ਕੋਈ ਇੱਕ ਅੱਧਾ ਗੁਰਬਾਣੀ ਦੇ ਨਿਰੋਲ ਅਰਥਾਂ ਨੂੰ ਸਮਝਦਾ ਵੀ ਇਹ ਤੇ ਸਾਰੀ ਬਾਣੀ ਹੀ ਬ੍ਰਹਮ ਦਾ ਰੂਪ ਹੈ। ਜੀਵ ਜੇ ਬਾਣੀ ਨੂੰ ਪੜ੍ਹਨਾ ਸਿੱਖ ਲਵੇ, ਗੁਰਬਾਣੀ ਦੇ ਸਹੀ ਅਰਥ ਤੈਨੂੰ ਕਰਨੇ ਆ ਜਾਣ, ਇੱਕ ਦਿਨ ਤੈਨੂੰ ਵੀ ਗੁਰਬਾਣੀ ਬ੍ਰਹਮ ਗਿਆਨੀ ਬਣਾ ਦੇਵੇਗੀ। ਇਹ ਜਿਹੜੀ ਬਾਣੀ ਦੇ ਪਾਵਨ ਅਰਥ ਨੇ ਇਹ ਵੀ ਕਿਸੇ ਵਿਰਲੇ ਗੁਰਮੁਖ ਦੇ ਹਿੱਸੇ ਆਉਂਦੇ ਹਨ। ਨਾਨਕ ਆਖੈ ਸੱਚ ਸੁਭਾਖੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਿੱਧਾਂ ਦੇ ਪ੍ਰਥਾਏ ਬਚਨ ਉਚਾਰਨ ਕਰਦੇ ਨੇ, ਸੱਚ ਸੋ ਭਾਖੈ। ਭਾਈ ਜਿਹੜੇ ਉਹ ਗੁਰੂ ਦੇ ਪਿਆਰੇ ਸੱਚੇ ਪਰਮਾਤਮਾ ਦੇ ਨਾਮ ਨੂੰ ਸੋ ਭਾਖੈ ਦਾ ਅਰਥ ਪ੍ਰੇਮ ਦੇ ਨਾਲ, ਬੜੇ ਸਤਿਕਾਰ ਨਾਲ, ਆਦਬ ਦੇ ਨਾਲ ਉਚਾਰਨ ਕਰਦੇ ਜਪਦੇ ਹਨ। ਸੱਚ ਰਪੈ ਰੰਗ ਕਬਹੂ ਨਾ ਜਾਵੈ। ਉਹ ਇੱਕ ਦਿਨ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੰਗ ਦੇ ਵਿੱਚ ਰਪੈ ਰੰਗੇ ਜਾਂਦੇ ਨੇ। ਜਿਨ੍ਹਾਂ ਨੂੰ ਨਾਮ ਦਾ ਰੰਗ ਇੱਕ ਵਾਰੀ ਚੜ ਜਾਵੇ, ਕਬਹੂ ਨਾ ਜਾਵੇ, ਮੁੜ ਕੇ ਉਹ ਨਾਮ ਦਾ ਰੰਗ ਨਹੀਂ ਲੈਂਦਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਸਰੀਰ ਤਾਂ ਲੀਰਾਂ ਲੀਰਾਂ ਹੋ ਗਏ, ਬੰਦ ਬੰਦ ਕੱਟੇ ਕੇ ਨਾਮ ਦਾ ਰੰਗ ਨਹੀਂ ਕੋਈ ਲਾ ਸਕਿਆ। ਐਸਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਹੈ, ਬੜਭਾਗੀ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ। ਸੋ ਸਾਧ ਸੰਗਤ ਜੀ, ਇਹ ਦੋ ਪੌੜੀਆਂ ਦੇ ਅੰਦਰ ਇੱਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਸਿੱਧਾ ਕੀਤੇ, ਦੂਸਰੀ ਪੌੜੀ ਵਿੱਚ ਸਤਿਗੁਰਾਂ ਜਵਾਬ ਦਿੱਤੇ ਹਨ। ਇੱਥੋਂ ਤੱਕ ਜਿਹੜੀਆਂ ਇਹ 65 ਪੌੜੀਆਂ ਹਨ ਸਿੱਧ ਗੋਸ਼ਟ ਦੀਆਂ ਅੱਜ ਦੀ ਕਥਾ ਵਿੱਚ ਸੰਪੂਰਨ ਹੋਈਆਂ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ ਜੀ। ਅਨਹਦ ਬਾਣੀ ਗੁਰਮੁਖ ਜਾਣੀ। ਬਿਰਲੋ ਕੋ ਅਰਥਾਵੈ। ਨਾਨਕ ਆਖੈ ਸੱਚ ਸੁਭਾਖੈ। ਸੱਚ ਰਪੈ ਰੰਗ ਕਬਹੂ ਨਾ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।